ਪੰਜਾਬੀ ਲੇਖਕ ਬਲਵੰਤ ਗਾਰਗੀ ਦੀ ਸਵੈ ਜੀਵਨੀ ਨੰਗੀ ਧੁੱਪ ਭਾਗ 13ਵਾਂ। ਮੈਂ ਜੀਨੀ ਤੇ ਬੱਚਿਆਂ ਨੂੰ 3 ਚਿੱਠੀਆਂ ਲਿਖੀਆਂ ਪਰ ਕੋਈ ਜਵਾਬ ਨਾ ਆਇਆ। ਸਿਆਟਲ ਟੈਲੀਫੋਨ ਕੀਤੇ ਪਰ ਕੋਈ ਸੂਹ ਨਹੀਂ। ਮੇਰੀ ਰੂਹ ਮੇਰੇ ਬੱਚਿਆਂ ਨੂੰ ਢੂੰਡਦੀ ਫਿਰਦੀ ਸੀ। ਉਹ ਕਿੱਥੇ ਸਨ? ਮੈਂ ਸੋਚਦਾ ਜੀਨੀ ਕੈਲੀਫੋਰਨੀਆ ਚਲੀ ਗਈ ਹੋਵੇਗੀ। ਝੀਲ ਦੇ ਉੱਤੇ ਸੰਘਣੇ ਦਰਖਤਾਂ ਵਿਚਕਾਰ ਉਹ ਕਿਸੇ ਪਿੰਡ ਵਿੱਚ ਜਿੱਥੇ ਨਿੱਕੇ ਨਿੱਕੇ ਗਿਰਜੇ ਸਨ ਤੇ ਉਸ ਨੇ ਬੱਚਿਆਂ ਦੇ ਨਾਂ ਬਦਲ ਦਿੱਤੇ ਹੋਣਗੇ। ਜ਼ਰੂਰ ਈਸਾਈ ਬਣਾ ਦਿੱਤਾ ਹੋਵੇਗਾ। ਉਹਨਾਂ ਨੂੰ ਪਾਦਰੀ ਨੇ ਈਸਾਈ ਮਤ ਦਾ ਜਲ ਛਿੱਟਾ ਦੇ ਕੇ ਉਹਨਾਂ ਦੇ ਮਨ ਉੱਤੇ ਧਰਮ ਦੀ ਛਾਪ ਦਾਗ ਦਿੱਤੀ ਹੋਵੇਗੀ। ਉਹਨਾਂ ਨੂੰ ਹਿੰਦੁਸਤਾਨ ਦੇ ਵਿਰੁੱਧ ਬਣਾ ਦਿੱਤਾ ਹੋਵੇਗਾ। ਸਾਲਾਂ ਪਿੱਛੋਂ ਜਦੋਂ ਉਹ ਕਦੇ ਮੁੜਨਗੇ ਤਾਂ ਸ਼ਾਇਦ ਮੈਨੂੰ ਪਛਾਣਨ ਵੀ ਨਾ। ਮੈਂ ਕਿੱਥੇ ਲੱਭਾਂ ਉਹਨਾਂ ਨੂੰ? ਕੋਈ ਉਹਨਾਂ ਤੀਕ ਪਹੁੰਚ ਨਹੀਂ ਸੀ ਸਕਦਾ। ਕੋਈ ਉਹਨਾਂ ਦੀ ਜਾਤੀ ਆਜ਼ਾਦੀ ਦੀ ਵਿੱਚ ਦਖਲ ਨਹੀਂ ਸੀ ਦੇ ਸਕਦਾ। ਜੀਨੀ ਦੂਰ ਦੁਰੇਡੇ ਅਮਰੀਕਾ ਦੀ ਸੁਨਹਿਰੀ ਧੁੰਦ ਵਿੱਚ ਸੁਰੱਖਿਅਤ ਸੀ। ਅਮਰੀਕਨ ਸਰਕਾਰ ਜਾਤੀ ਹਕੂਕ ਅਤੇ ਔਰਤਾਂ ਦੇ ਹੱਕਾਂ ਲਈ ਬੜੀ ਦ੍ਰਿੜਤਾ ਨਾਲ ਰਾਖੀ ਕਰਦੀ ਹੈ। 2 ਸਾਲ ਹੋਏ ਜਦੋਂ ਮੈਂ ਚੰਡੀਗੜ੍ਹ ਤੋਂ ਕਲਕੱਤੇ ਇੱਕ ਡਾਕੂਮੈਂਟਰੀ ਫਿਲਮ ਬਣਾਉਣ ਗਿਆ ਸੀ ਤਾਂ ਜੀਨੀ ਨੇ ਬੜੇ ਅਹਿਤਿਆਤ ਨਾਲ ਮੇਰਾ ਸੂਟਕੇਸ, ਕੈਮਰਾ ਤੇ ਟਾਈਪਰਾਈਟਰ ਕਾਰ ਵਿੱਚ ਰੱਖੇ ਤੇ ਮੇਰੇ ਸਫ਼ਰ ਦੀ ਖੈਰ ਸੁੱਖ ਲਈ ਦੁਆ ਮੰਗੀ। ਮੈਂ ਫਿਲਮ ਦੀ ਸ਼ੂਟਿੰਗ ਕਰ ਰਿਹਾ ਸਾਂ ਕਿ ਮੈਨੂੰ ਚਿੱਠੀ ਮਿਲੀ ਕਿ ਜੰਨਤ ਕੋਲੋਂ ਕਿਚਨ ਵਿੱਚ ਪਾਣੀ ਦੀ ਉਬਲਦੀ ਕੇਤਲੀ ਉਲਟ ਗਈ ਹੈ ਤੇ ਉਸ ਦਾ ਢਿੱਡ ਮੱਚ ਗਿਆ ਹੈ। ਹੁਣ ਉਹ ਹਸਪਤਾਲ ਵਿੱਚ ਸੀ। ਮੈਂ ਜੀਨੀ ਨੂੰ ਟੈਲੀਫੋਨ ਕੀਤਾ। ਉਹ ਬੋਲੀ ਕਿ ਜੰਨਤ ਹੌਲੀ ਹੌਲੀ ਠੀਕ ਹੋ ਰਹੀ ਹੈ। ਥੋੜ੍ਹੇ ਦਿਨਾਂ ਪਿੱਛੋਂ ਮੈਂ ਫਿਰ ਟੈਲੀਫੋਨ ਕੀਤਾ। ਦਫ਼ਤਰ ਦੇ ਇੰਚਾਰਜ ਕਲਰਕ ਨੇ ਉੱਤਰ ਦਿੱਤਾ ਕਿ ਜੀਨੀ ਉੱਥੇ ਨਹੀਂ ਸੀ। ਉਸਨੇ ਜੰਨਤ ਦੀ ਖੈਰ ਸੁੱਖ ਦੱਸੀ। ਫਿਰ ਰੁੱਕ ਕੇ ਬੋਲਿਆ, ਤੁਹਾਨੂੰ ਪਤਾ ਹੈ ਜਨਾਬ, ਮੰਨੂ ਤੇ ਜੰਨਤ ਇਸ ਸ਼ੁੱਕਰਵਾਰ ਨੂੰ ਸੈਕਟਰ 18 ਦੇ ਗਿਰਜੇ ਵਿੱਚ ਬਪਤਿਸਮੇ ਦੀ ਰਸਮ ਨਾਲ ਈਸਾਈ ਬਣਾਏ ਜਾਣਗੇ। ਮੇਰਾ ਸਾਹ ਉੱਥੇ ਦਾ ਉੱਥੇ ਰਹਿ ਗਿਆ। ਸ਼ੂਕਦਾ ਹੋਇਆ ਦਰਦ ਮੇਰੇ ਜਿਸਮ ਨੂੰ ਚੀਰ ਗਿਆ। ਮੰਨੂ ਤੇ ਜੰਨਤ ਆਪਣੇ ਪਿਤਾ ਪੁਰਖਾਂ ਤੋਂ ਕੱਟੇ ਜਾ ਰਹੇ ਸਨ। ਮਜ਼ਹਬ ਦੀ ਘੋਰ ਰੀਤ ਦਾ ਨਵਾਂ ਕਾਰਾ। ਕੋਈ ਜਬਰੀ ਧਰਮ ਪਰਿਵਰਤਨ ਮੇਰੇ ਲਈ ਇੱਕ ਰੂਹਾਨੀ ਜੁਰਮ ਸੀ। ਉਹਨਾਂ ਦੇ ਈਸਾਈ ਬਣਨ ਤੇ ਝੋਲਿਆਂ ਨੇ ਮੈਨੂੰ ਸੱਲਿਆ। ਜੀਨੀ ਖੁਦ ਈਸਾਈ ਮਤ ਜਾਂ ਕਿਸੇ ਹੋਰ ਮਜ਼ਹਬ ਵਿੱਚ ਕੋਈ ਪੱਕਾ ਯਕੀਨ ਨਹੀਂ ਸੀ ਕਰਦੀ ਕਿਉਂਕਿ ਉਸਦੇ ਪਿਤਾ ਨੇ ਉਸਨੂੰ ਮਨੁੱਖੀ ਹਿੱਤਾਂ ਦੀ ਪਰੰਪਰਾ ਵਾਲੇ ਖੁੱਲ੍ਹੇ ਧਰਮ ਵਿੱਚ ਪਾਲਿਆ ਸੀ। ਉਹ ਕਦੇ ਗਿਰਜੇ ਨਹੀਂ ਸਨ ਜਾਂਦੇ। ਪਰ ਹੁਣ ਸ਼ਾਇਦ ਜੀਨੀ ਦੀ ਦਾਦੀ ਪੜਦਾਦੀ ਦੀ ਈਸਾਈ ਰੂਹ ਇੱਕਦਮ ਉਸਦੇ ਅੰਦਰ ਜਾਗ ਪਈ ਸੀ। ਰਗਾਂ ਵਿੱਚ ਦੌੜਦੇ ਲਹੂ ਦੀਆਂ ਮਜਬੂਰੀਆਂ, ਆਦਿਕਾਲੀਨ ਮਾਨਸਿਕ ਪ੍ਰਤੀਬੱਧਤਾਵਾਂ, ਦੱਬੇ ਹੋਏ ਸੰਸਕਾਰ ਤੇ ਉਹ ਹੁਣ ਚਾਹੁੰਦੀ ਸੀ ਕਿ ਬੱਚੇ ਉਸਦੀ ਆਪਣੀ ਕੁਲ ਦਾ ਹਿੱਸਾ ਬਣ ਜਾਣ, ਹਮੇਸ਼ਾ ਲਈ ਉਸਦੇ ਆਪਣੇ। ਕੀ ਮੈਂ ਚੰਡੀਗੜ੍ਹ ਜਾਵਾਂ? ਫਿਲਮ ਦੀ ਸ਼ੂਟਿੰਗ ਅਧੂਰੀ ਛੱਡ ਕੇ ਵਾਪਸ ਪੁੱਜਾਂ? ਮੈਂ ਕੀ ਕਰਾਂਗਾ ਉੱਥੇ ਜਾ ਕੇ? ਪੁਲਿਸ ਨੂੰ ਇਤਲਾਹ ਦੇਵਾਂ? ਵਕੀਲ ਕਰਾਂ? ਮੈਂ ਉਸ ਨੂੰ ਕਿਸ ਤਰ੍ਹਾਂ ਰੋਕਾਂ? ਮੈਨੂੰ ਕਾਨੂੰਨ ਦਾ ਬਹੁਤਾ ਪਤਾ ਨਹੀਂ ਸੀ। ਉਸਨੇ ਸਾਰਾ ਕੰਮ ਕਾਰਜ ਬੜੀ ਸਮਝ ਤੇ ਠੰਡੀ ਸੂਝ ਨਾਲ ਵਿਉਂਤਿਆ ਸੀ। ਮੈਂ ਉਸ ਦੀਆਂ ਹਰਕਤਾਂ ਦੀ ਪੇਸ਼ਨਗੋਈ ਨਹੀਂ ਸੀ ਕਰ ਸਕਦਾ। ਜਦੋਂ ਉਸਨੇ ਮੇਰੇ ਨਾਲ ਵਿਆਹ ਕੀਤਾ ਤਾਂ ਉਹ ਸਾੜੀ ਪਾ ਕੇ ਬਿੰਦੀ ਲਾ ਕੇ ਹਿੰਦੂ ਮਤ ਨੂੰ ਕਬੂਲ ਕਰਨਾ ਚਾਹੁੰਦੀ ਸੀ। ਮੈਂ ਉਸਦੇ ਇਸ ਜਜ਼ਬਾਤੀ ਸੰਕੇਤ ਉੱਤੇ ਹੱਸ ਛੱਡਿਆ। ਉਸਨੂੰ ਸਲਾਹ ਦਿੱਤੀ ਕਿ ਉਹ ਮੇਰੀ ਖਾਤਰ ਆਪਣਾ ਧਰਮ ਨਾ ਬਦਲੇ। ਉਸਨੂੰ ਆਪਣੇ ਧਾਰਮਿਕ ਵਿਰਸੇ ਨੂੰ ਨਹੀਂ ਛੱਡਣਾ ਚਾਹੀਦਾ। ਮਰੇ ਨਾਲ ਪਿਆਰ ਤੇ ਵਫਾ ਦੀ ਰਸਮ ਤੇ ਦਬਾਓ ਹੇਠ ਉਸਨੂੰ ਆਤਮਕ ਪਰਿਵਰਤਨ ਨਹੀਂ ਕਰਨਾ ਚਾਹੀਦਾ। ਹੁਣ ਮੈਂ ਸਾਰੀਆਂ ਗੱਲਾਂ ਸੋਚਦਾ ਹੋਇਆ ਹੌਲੀ ਹੌਲੀ ਇਸ ਨਤੀਜੇ 'ਤੇ ਪਹੁੰਚਿਆ ਕਿ ਮੈਨੂੰ ਕੋਈ ਕਾਨੂੰਨੀ ਕਦਮ ਪੁੱਟਣਾ ਚਾਹੀਦਾ ਹੈ। ਮੈਂ ਇੱਕ ਲੰਮੀ ਤਾਰ ਸੈਕਟਰ 18 ਤੋਂ ਗਿਰਜੇ ਦੇ ਪਾਦਰੀ ਨੂੰ ਦਿੱਤੀ। ਮੇਰੇ ਪੁੱਤ ਮੰਨੂ ਅਤੇ ਧੀ ਜੰਨਤ ਨੂੰ ਜ਼ਬਰਦਸਤੀ ਈਸਾਈ ਬਣਾਉਣਾ ਬੰਦ ਕਰੋ। ਬਾਪ ਦੀ ਮਰਜ਼ੀ ਬਗੈਰ ਤੁਸੀਂ ਇੰਜ ਨਹੀਂ ਕਰ ਸਕਦੇ, ਨਹੀਂ ਤਾਂ ਮੈਂ ਤੁਹਾਡੇ 'ਤੇ ਚਰਚ ਬਰਾਦਰੀ ਉੱਤੇ ਮੁਕੱਦਮਾ ਕਰਾਂਗਾ। ਮੈਂ ਇਸ ਤਾਰ ਦੀ ਨਕਲ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨੂੰ ਤੇ ਜੀਨੀ ਨੂੰ ਭੇਜ ਦਿੱਤੀ। ਤਾਰ ਦੇਖ ਕੇ ਜੀਨੀ ਡਰ ਗਈ। ਉਸਨੇ ਬੱਚਿਆਂ ਨੂੰ ਈਸਾਈ ਬਣਾਉਣ ਦਾ ਖਿਆਲ ਛੱਡ ਦਿੱਤਾ। ਜਦੋਂ ਮੈਂ ਚੰਡੀਗੜ੍ਹ ਵਾਪਸ ਮੁੜਿਆ ਤਾਂ ਉਹ ਪਸਤਾ ਚਾਪ ਵਿੱਚ ਬੋਲੀ, ਅਸੀਂ ਦੋਸਤਾਂ ਵਾਂਗ ਰਹੀਏ, ਇੱਕ ਦੂਜੇ ਦਾ ਭਲਾ ਸੋਚੀਏ। ਸਾਨੂੰ ਕੀੜੀਆਂ ਤੋਂ ਸਿੱਖਣਾ ਚਾਹੀਦਾ ਹੈ ਜੋ ਰੇਤੇ ਵਿੱਚ ਖੰਡ ਦੇ ਦਾਣੇ ਲੱਭ ਲੈਂਦੀਆਂ ਹਨ। ਸਾਨੂੰ ਵੀ ਚਾਹੀਦਾ ਹੈ ਕਿ ਜ਼ਿੰਦਗੀ ਦੀ ਰੇਤ ਵਿੱਚੋਂ ਚੰਗੀਆਂ ਬਿਤਾਈਆਂ ਘੜੀਆਂ ਦੇ ਖੰਭ ਇਕੱਠੇ ਕਰੀਏ ਤੇ ਉਹਨਾਂ ਨੂੰ ਸਾਂਭੀਏ। ਹੁਣ ਜਦੋਂ ਜੀਨੀ ਅਮਰੀਕਾ ਦੀ ਹਿਫਾਜ਼ਤੀ ਪੱਤਣਾਂ 'ਤੇ ਪਹੁੰਚ ਗਈ ਸੀ ਤਾਂ ਉਸਨੂੰ ਕੌਣ ਰੋਕ ਸਕਦਾ ਸੀ ਬੱਚਿਆਂ ਨੂੰ ਈਸਾਈ ਬਣਾਉਣ ਤੋਂ? ਉਸਨੇ ਵਾਈਸ ਚਾਂਸਲਰ ਨੂੰ ਚਿੱਠੀ ਵਿੱਚ ਸਾਫ਼ ਲਿਖਿਆ ਸੀ ਕਿ ਉਹ ਕਦੇ ਨਹੀਂ ਸੀ ਚਾਹੁੰਦੀ ਕਿ ਮੇਰੀ ਛਾਂ ਬੱਚਿਆਂ 'ਤੇ ਪਵੇ। ਉਸਦੇ ਇਹ ਸ਼ਬਦ ਬਾਰ-ਬਾਰ ਮੇਰੇ ਕੰਨਾਂ ਵਿੱਚ ਗੂੰਜਦੇ। ਉਸਦੀ ਇਹੋ ਕੋਸ਼ਿਸ਼ ਸੀ ਕਿ ਮੈਂ ਕਦੇ ਬੱਚਿਆਂ ਦਾ ਮੂੰਹ ਨਾ ਦੇਖਾਂ। ਪਰ ਫਿਰ ਮੈਂ ਸੋਚਿਆ, ਮੰਨੂ ਸ਼ਾਇਦ ਵੱਡਾ ਹੋ ਕੇ ਹਿੰਦੁਸਤਾਨ ਆਵੇ, ਆਪਣੇ ਪਿਤਾ ਪੁਰਖਾਂ ਦੀ ਭਾਲ ਵਿੱਚ, ਆਪਣੀਆਂ ਜੜ੍ਹਾਂ ਦੇਖਣ ਲਈ, ਮੇਰੀਆਂ ਅਸਥੀਆਂ ਲੱਭਣ ਲਈ। ਸ਼ਾਇਦ ਉਹ ਬਠਿੰਡੇ ਜਾਵੇ ਤੇ ਉਸੇ ਥਾਂ ਪਹੁੰਚੇ ਜ਼ਮੀਨ ਦੇ ਉਸ ਟੁਕੜੇ ਨੂੰ ਵਾਪਸ ਖਰੀਦ ਲਵੇ ਜਿੱਥੇ ਉਸਦੇ ਪੁਰਖਾਂ ਦੀਆਂ ਹੱਡੀਆਂ ਦੱਬੀਆਂ ਪਈਆਂ ਸਨ ਤੇ ਜੋ ਹੁਣ ਭੂਰ ਕੇ ਮਿੱਟੀ ਵਿੱਚ ਮਿਲ ਗਈਆਂ ਹੋਣਗੀਆਂ। ਤੇ ਸ਼ਾਇਦ ਉਹ ਉਸ ਨਿੱਕੇ ਹਨੇਰੇ ਕੋਠੇ ਵਿੱਚ ਵੀ ਜਾਵੇ ਜਿੱਥੇ ਮੈਂ ਪੈਦਾ ਹੋਇਆ ਸਾਂ। ਜਾਂ ਸ਼ਾਇਦ ਉਹ ਮੇਰੇ ਜਿਉਂਦੇ ਜੀ ਮੁੜਾਵੇ ਟੁੱਟਿਆ ਹੋਇਆ ਅਣੂ ਆਪਣੇ ਮੂਲ ਅਣੂ ਨਾਲ ਜੁੜਨ ਲਈ।
ਮੈਂ ਇਹ ਸਭ ਕੁਝ ਮੇਰੀ ਖੁਸ਼ਫਹਿਮੀ ਸੀ ਜਾਂ ਅਜਿਹੀ ਚੀਜ਼ ਸੀ ਜਿਸ ਨੂੰ ਖੂਨ ਦਾ ਰਿਸ਼ਤਾ ਆਖਦੇ ਨੇ? ਕੀ ਹੈ ਕੋਈ ਸੰਸਕਾਰਾਂ ਦੀ ਜੋਤੀ, ਪਿਤਾ ਪੁੱਤ ਦਾ ਆਦ ਤੇ ਅਟੁੱਟ ਰਿਸ਼ਤਾ, ਜਾਂ ਇਹ ਨਿਰਾ ਵਹਿਮ ਸੀ? ਮੈਂ ਤਾਰਾ ਚੰਦ ਨਾਲ ਕੋਠੀ ਦੇ ਬਾਹਰ ਪਗਡੰਡੀ ਉੱਤੇ ਸੈਰ ਕਰ ਰਿਹਾ ਸਾਂ। ਅੰਬਾਂ ਦਾ ਬੂਰ ਰਾਤ ਦੀ ਰਾਣੀ ਦੀ ਮਹਿਕ ਵਿੱਚ ਘੁਲਿਆ ਹੋਇਆ ਸੀ। ਮੈਂ ਬੱਚਿਆਂ ਬਾਰੇ ਸੋਚਦਾ ਰਿਹਾ ਸਾਂ, ਜੰਨਤ ਬਾਰੇ ਜੋ ਬਿੱਲੀ ਵਾਂਗ ਹੱਸਦੀ ਤੇ ਰੋਸ਼ਨੀ ਦੀਆਂ ਕਿਰਨਾਂ ਉਸ ਦੇ ਬੁੱਲ੍ਹਾਂ ਤੋਂ ਫੁੱਟਦੀਆਂ ਸਨ, ਦੁਧੀਆ ਕਿਰਨਾਂ। ਸ਼ਾਇਦ ਉਹ ਸਾਰੀਆਂ ਖੇਡਾਂ ਭੁੱਲ ਗਈ ਹੋਵੇਗੀ ਜੋ ਉਹ ਮੇਰੇ ਨਾਲ ਖੇਡਦੀ ਹੁੰਦੀ ਸੀ। ਯਕਦਮ ਤਾਰਾ ਚੰਦ ਨੇ ਆਖਿਆ, ਰਾਤ ਵੇਲੇ ਸਾਨੂੰ ਸੋਟੀ ਜਾਂ ਟਾਰਚ ਲੈ ਕੇ ਨਿਕਲਣਾ ਚਾਹੀਦਾ ਹੈ। ਸੱਪਾਂ ਦਾ ਡਰ ਹੈ ਇਸ ਰੁੱਤ ਵਿੱਚ। ਅਸੀਂ ਫਿਰ ਖਾਮੋਸ਼ ਤੁਰਦੇ ਰਹੇ। ਉਹ ਬੋਲਿਆ, ਮੇਰਾ ਖਿਆਲ ਹੈ ਪੰਜਾਬ ਵਿੱਚ ਇੰਦਰਾ ਗਾਂਧੀ ਦੀ ਪਾਰਟੀ ਹਾਰ ਜਾਵੇਗੀ। ਇਹ ਵੀ ਮੁਮਕਿਨ ਹੈ ਕਿ ਉਹ ਖੁਦ ਵੀ ਹਾਰ ਜਾਵੇ। ਉਸ ਦੇ ਖਿਲਾਫ ਪੰਜਾਬ, ਹਰਿਆਣਾ, ਹਿਮਾਚਲ ਵਿੱਚ ਜਨਤਾ ਲਹਿਰ ਜ਼ੋਰਾਂ ਉੱਤੇ ਹੈ। ਕਾਂਗਰਸ ਦੇ ਜਿੱਤਣ ਦੀ ਉਮੀਦ ਨਹੀਂ, ਇੰਦਰਾ ਤਬਾਹੀ ਵੱਲ ਜਾ ਰਹੀ ਹੈ। ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਉਹ ਸਮਝਦੀ ਹੈ ਲੋਕ ਉਸ ਦੇ ਨਾਲ ਹਨ, ਪਰ ਇਸ ਵੇਲੇ ਸਿਰਫ ਚਾਸ, ਪੁਲਿਸ ਅਤੇ ਦਰਬਾਰੀ ਹੀ ਉਸ ਦੇ ਨਾਲ ਰਹਿ ਗਏ ਹਨ। ਲੋਕ ਇਹਨਾਂ ਦਰਬਾਰੀਆਂ ਤੋਂ ਪਰੇਸ਼ਾਨ ਹਨ। ਲੱਖਾਂ ਲੋਕ ਬਸ ਮੌਕੇ ਦੀ ਤਾੜ ਵਿੱਚ ਹਨ ਤੇ ਅੰਦਰੋਂ ਅੰਦਰ ਸੋਚ ਰਹੇ ਹਨ ਉਹ ਹਾਰ ਜਾਵੇਗੀ। ਜੇ ਉਹ ਚੋਣਾਂ ਮੁਲਤਵੀ ਕਰਵਾ ਦੇਵੇ। ਉਹ ਮੁਲਤਵੀ ਨਹੀਂ ਕਰ ਸਕਦੀ। ਕਿਉਂ ਨਹੀਂ ਕਰ ਸਕਦੀ? ਪਾਣੀ ਸਿਰ ਉੱਤੋਂ ਦੀ ਲੰਘ ਚੁੱਕਾ ਹੈ। ਹੁਣ ਉਸ ਦੇ ਹਥਿਆਰ ਵਿੱਚ ਨਹੀਂ। ਮੈਂ ਚੁੱਪ ਹੋ ਗਿਆ। ਤਾਰਾ ਚੰਦ ਰਤਾ ਝੁੱਕ ਕੇ ਤੁਰ ਰਿਹਾ ਸੀ। ਫਿੱਕੇ ਹਨੇਰੇ ਵਿੱਚ ਉਹ ਧੁਆਂਖੇ ਬੁੱਤ ਵਾਂਗ ਤੁਰਿਆ ਜਾ ਰਿਹਾ ਸੀ। ਮੇਰਾ ਦਿਲ ਬੇਚੈਨ ਸੀ। ਇੰਦਰਾ ਮੁਲਕ ਦੀ ਅਸਲੀਅਤ ਨੂੰ ਕਿਉਂ ਨਹੀਂ ਸੀ ਦੇਖ ਸਕਦੀ? ਉਹ ਹਾਰ ਜਾਵੇਗੀ। ਮੈਂ ਆਖਿਆ, ਮੈਨੂੰ ਇੱਕ ਗੱਲ ਸੁੱਝੀ ਹੈ। ਉਸ ਦੇ ਬਹੁਤ ਸਾਰੇ ਸਲਾਹਕਾਰ ਹਨ, ਪਰ ਉਹ ਸਾਰੇ ਉਸ ਕੋਲੋਂ ਡਰਦੇ ਹਨ। ਉਹ ਇਸ ਗੱਲ ਦਾ ਇਸ਼ਾਰਾ ਵੀ ਨਹੀਂ ਕਰ ਸਕਦੇ ਕਿ ਉਹ ਹਾਰ ਜਾਵੇਗੀ। ਮੈਂ ਉਸ ਨੂੰ ਥੋੜ੍ਹਾ ਬਹੁਤ ਜਾਣਦਾ ਹਾਂ। ਇੱਕ ਵਾਰ ਮੈਨੂੰ ਉਸ ਨੇ ਖਾਣੇ ਉੱਤੇ ਬੁਲਾਇਆ ਸੀ। ਮੇਰਾ ਜੀਅ ਕਰਦਾ ਹੈ ਕਿ ਉਸ ਨੂੰ ਆਖਾਂ, ਪਰ ਕੀ ਆਖਾਂ? ਪਰ ਦਰਅਸਲ ਮੈਨੂੰ ਵੀ ਕੁਝ ਨਹੀਂ ਸੀ ਸੁੱਝ ਰਿਹਾ। ਸਾਰੇ ਪਾਸੇ ਰੌਲਾ ਪਿਆ ਹੋਇਆ ਸੀ, ਪਤਾ ਨਹੀਂ ਲੱਗਦਾ। ਇੱਕ ਹਫ਼ਤੇ ਪਿੱਛੋਂ ਚੋਣਾਂ ਆਈਆਂ। ਇੰਦਰਾ ਨੇ ਸਾਰੇ ਮੁਲਕ ਵਿੱਚ ਹਨੇਰੀ ਵਾਂਗ ਦੌਰੇ ਕੀਤੇ, ਭਾਸ਼ਣ ਦਿੱਤੇ ਤੇ ਲੋਕਾਂ ਨੂੰ ਪ੍ਰੇਰਿਆ ਕਿ ਸਭ ਉਸ ਦੀ ਪਾਰਟੀ ਨੂੰ ਵੋਟ ਦੇਣ। ਉਸ ਦਾ ਮੈਨੀਫੈਸਟੋ ਸੀ ਸਮਾਜਵਾਦ, ਸੈਕੂਲਰਿਜ਼ਮ, ਗਰੀਬੀ ਹਟਾਉਣਾ। ਉਸ ਦੇ ਚੋਣ ਹਲਕੇ ਵਿੱਚ ਇੱਕ ਸਿਆਸੀ ਮਸਖਰਾ ਰਾਜ ਨਰੈਣ ਸੀ ਜੋ ਉਸ ਦੇ ਵਿਰੁੱਧ ਚੋਣ ਲੜ ਰਿਹਾ ਸੀ ਤੇ ਥਾਂ-ਥਾਂ ਨਾਅਰੇ ਲਾਉਂਦਾ ਫਿਰਦਾ ਸੀ, ਇੰਦਰਾ ਗਾਂਧੀ ਨੂੰ ਹਟਾਓ। ਉਸ ਨੇ ਚੋਣ ષਡਯੰਤਰ ਰਚਿਆ। ਇੱਕ ਵੱਡੇ ਲੋਹੇ ਦਾ ਪਿੰਜਰਾ ਲੈ ਕੇ ਉਸ ਵਿੱਚ ਖੜਾ ਹੋ ਗਿਆ ਤੇ ਨਾਅਰੇ ਲਾਉਣ ਲੱਗਾ, ਮੈਨੂੰ ਇਸ ਕੈਦ ਵਿੱਚੋਂ ਬਾਹਰ ਕੱਢੋ। ਪਿੰਜਰਾ ਚਿੰਨ੍ਹ ਸੀ ਦੇਸ਼ ਦੀਆਂ ਜੇਲ੍ਹਾਂ ਦਾ ਤੇ ਉਹ ਚਿੰਨ੍ਹ ਸੀ ਲੋਕਾਂ ਦਾ। ਹਿੰਦੁਸਤਾਨ ਇਹੋ ਜਿਹੇ ਜੋਸ਼ੀਲੇ ਚੁਣਾਵ ਨਹੀਂ ਸਨ ਦੇਖੇ। ਮੈਂ ਘੂਕ ਸੁੱਤਾ ਪਿਆ ਸਾਂ। ਤਾਰਾ ਚੰਦ ਨੇ ਮੈਨੂੰ ਮੋਢੇ 'ਤੇ ਹਲੂਣ ਕੇ ਜਗਾਇਆ, ਉੱਠੋ, ਮੁਲਕ ਦਾ ਪਾਸਾ ਬਦਲ ਗਿਆ। ਰਾਜ ਸੱਤਾ ਦੀ ਤਕੜੀ ਦੂਜੇ ਪਾਸੇ ਝੁਕ ਗਈ। ਇੰਦਰਾ ਗਾਂਧੀ ਹਾਰ ਗਈ। ਮੈਂ ਅੱਖਾਂ ਝਪਟਾ ਉੱਠ ਬੈਠਾ। ਬਿਜਲੀ ਦੀ ਰੋਸ਼ਨੀ ਮੇਰੀਆਂ ਅੱਖਾਂ ਨੂੰ ਚੁੱਭ ਰਹੀ ਸੀ ਤੇ ਟਰਾਂਜਿਸਟਰ ਖਬਰਾਂ ਬੋਲ ਰਿਹਾ ਸੀ। ਇੰਦਰਾ ਗਾਂਧੀ ਹਾਰ ਗਈ ਸੀ। ਰੇਡੀਓ ਨੇ ਫਿਰ ਖਬਰ ਦਿੱਤੀ ਤੇ ਇੰਦਰਾ ਗਾਂਧੀ ਤੇ ਸੰਜੇ ਦੋਵੇਂ ਹਾਰ ਗਏ ਹਨ। ਇਹ ਖਬਰ ਸੁਣ ਕੇ ਮੇਰੇ ਅੰਦਰ ਇੱਕ ਅਜੀਬ ਲਹਿਰ ਦੌੜੀ। ਉਹੀ ਸਨਸਨੀ ਜੋ ਹਵਾਈ ਜਹਾਜ਼ ਨੂੰ ਆਕਾਸ਼ ਵਿੱਚ ਅੱਗ ਲੱਗਦੇ ਤੇ ਇੱਕੋ ਧਮਾਕੇ ਨਾਲ ਡਿੱਗਦੇ ਨੂੰ ਦੇਖ ਕੇ ਹੁੰਦੀ ਹੈ। ਇਹ ਅਜੀਬ ਭਾਣਾ ਸੀ ਜਿਸ ਤੋਂ ਉਹ ਬਚ ਨਾ ਸਕੀ। ਮੈਂ ਗੈਸ ਦਾ ਸਟੋਵ ਜਲਾਇਆ ਤੇ ਚਾਹ ਤਿਆਰ ਕੀਤੀ। ਚਾਹ ਪੀਂਦੇ ਅਸੀਂ ਅੰਦਾਜ਼ਾ ਲਗਾਉਣ ਲੱਗੇ ਕਿ ਇਸ ਵੇਲੇ ਇੰਦਰਾ ਦੇ ਘਰ ਕੀ ਵਾਪਰ ਰਿਹਾ ਹੋਵੇਗਾ। ਕੀ ਉਹ ਉਦਾਸ ਸੀ, ਗੁੱਸੇ ਸੀ, ਬਦਲੇ ਦੀ ਅੱਗ ਵਿੱਚ ਜਲ ਰਹੀ ਹੋਵੇਗੀ ਜਾਂ ਪਛਤਾਵੇ ਨਾਲ ਸੰਤਾਪੀ ਹੋਵੇਗੀ? ਉਸ ਦੇ ਗਮ ਦਾ ਅੰਦਾਜ਼ਾ ਕੌਣ ਲਗਾ ਸਕਦਾ ਸੀ? ਫੌਜ ਕੀ ਸੋਚ ਰਹੀ ਸੀ? ਉਹ ਸਾਰੇ ਜਰਨੈਲ ਤੇ ਕਮਾਂਡਰ ਜੋ ਇੰਦਰਾ ਨੇ ਲਾਏ ਸਨ, ਖੁਫੀਆ ਮਹਿਕਮਾ ਦੇ ਆਦਮੀ, ਪੁਲਿਸ ਦੇ ਵੱਡੇ ਅਫਸਰ, ਉਹ ਸ਼ਾਇਰ ਤੇ ਪੇਂਟਰ ਕਿੱਧਰ ਗਏ ਜਿਨ੍ਹਾਂ ਨੇ ਇਸ ਨੂੰ ਦੁਰਗਾ ਤੇ ਭਵਾਨੀ ਚਿਤਰਿਆ ਸੀ? ਉਹ ਲੱਖਾਂ ਕਰੋੜਾਂ ਲੋਕ ਕਿੱਧਰ ਚਲੇ ਗਏ ਸਨ ਜੋ ਉਸ ਦੀ ਤਾਰੀਫ ਵਿੱਚ ਅਸਮਾਨ ਤੱਕ ਗੂੰਜਦੇ ਨਾਅਰੇ ਲਾਉਂਦੇ ਸਨ? ਕਿੱਧਰ ਗਏ ਉਹ ਸਾਰੇ ਲੋਕ? ਕੀ ਇਹ ਹਾਰ ਅਸਲੀਅਤ ਸੀ? ਐਡੀ ਮਹਾਨ ਲੀਡਰ, ਮਹਾਨ ਸ਼ਕਤੀ ਕਿਸ ਤਰ੍ਹਾਂ ਯਕਦਮ ਸਿੰਘਾਸਣ ਤੋਂ ਲੱਥ ਗਈ? ਰੇਡੀਓ ਇੰਦਰਾ ਦੀ ਹਾਰ ਦੀਆਂ ਖਬਰਾਂ ਸੁਣਾ ਰਿਹਾ ਸੀ ਤੇ ਉਸ ਵੇਲੇ ਹਵਾਈ ਜਹਾਜ਼ ਸਮੇਂ ਸੂਚੀ ਅਨੁਸਾਰ ਬਕਾਇਦਾ ਉੱਡ ਰਹੇ ਸਨ। ਟੈਲੀਪ੍ਰਿੰਟਰ ਖੜਕ ਰਹੇ ਸਨ। ਰੇਲ ਗੱਡੀਆਂ ਦੌੜ ਰਹੀਆਂ ਸਨ। ਡਾਕੀਏ ਚਿੱਠੀਆਂ ਛਾਂਟ ਰਹੇ ਸਨ। ਕੰਮ ਦੀ ਤੇ ਮੁਲਕ ਦੀ ਰਫ਼ਤਾਰ ਵਿੱਚ ਕੋਈ ਫਰਕ ਨਹੀਂ ਸੀ ਪਿਆ। ਦੇਸ਼ ਦੇ ਦਿਲ ਦੀ ਧੜਕਣ ਇੱਕ ਪਲ ਲਈ ਵੀ ਨਾ ਰੁਕੀ। ਫੌਜ ਤੇ ਪੁਲਿਸ ਦੇ ਅਫਸਰ ਜੋ ਸਾਲਾਂ ਬੱਧੀ ਇੰਦਰਾ ਗਾਂਧੀ ਦੇ ਹੁਕਮ ਦੀ ਪਾਲਣਾ ਕਰਨ ਦੇ ਆਦੀ ਸਨ, ਉਹਨਾਂ ਨੇ ਨਵੇਂ ਹਾਕਮਾਂ ਦੀ ਤਾਬੇਦਾਰੀ ਕਬੂਲ ਕੀਤੀ ਤੇ ਵਫਾਦਾਰੀ ਦੇ ਹਲਫ ਨੂੰ ਨਿਭਾਇਆ। ਇਸ ਦੇਸ਼ ਵਿੱਚ ਜਿੱਥੇ ਜਾਤੀ ਵਫਾਦਾਰੀ ਤੇ ਖਾਨਦਾਨੀ ਵਫਾਦਾਰੀ ਦੀ ਪਰੰਪਰਾ ਹੈ, ਇਹ ਲੋਕਾਂ ਦਾ ਆਧੁਨਿਕ ਰੰਗ ਕੁਝ ਓਪਰਾ ਲੱਗਦਾ ਸੀ। ਇਹ ਪਹਿਲੀ ਵਾਰ ਹੋਇਆ ਸੀ, ਸ਼ਾਇਦ ਇਸ ਕਰਕੇ। ਸਵੇਰੇ ਅਖਬਾਰਾਂ ਵਿੱਚ ਇੰਦਰਾ ਦੀਆਂ ਹਾਰ ਦੀਆਂ ਸੁਰਖੀਆਂ ਛਪੀਆਂ। ਕਿਸ ਤਰ੍ਹਾਂ ਲੋਕਾਂ ਨੇ ਅੱਧੀ ਰਾਤ ਸੜਕਾਂ ਉੱਤੇ ਭੰਗੜਾ ਪਾਇਆ, ਲੱਡੂ ਵੰਡੇ ਤੇ ਫੁੱਲ ਬਰਸਾਏ।
ਜਲੂਸ ਤੇ ਨਾਰੇ, ਨਵਾਂ ਯੁੱਗ ਸ਼ੁਰੂ ਹੋਇਆ। ਨਿੱਕੇ ਨਿੱਕੇ ਕਸਬਿਆਂ ਵਿੱਚ ਵੀ ਜਨਤਾ ਪਾਰਟੀ ਦੀ ਜਿੱਤ ਉੱਤੇ ਲੋਕਾਂ ਨੇ ਘਿਓ ਦੇ ਜੀਵੇ ਜਲਾਏ। ਮੁਲਕ ਵਿੱਚ ਕੀ ਹੋ ਰਿਹਾ ਸੀ? ਮੈਂ ਖਬਰਾਂ ਦੀਆਂ ਸੁਰਖੀਆਂ ਦੇਖੀਆਂ। ਆਂਧਰਾ ਵਿੱਚ ਹੜ੍ਹ, 2 ਸਾਲ ਦੇ ਬੱਚੇ ਨੂੰ ਸੱਪ ਨੂੰ ਕੱਟਿਆ ਤੇ ਸੱਪ ਮਰ ਗਿਆ। ਚੌਕੀਦਾਰ ਦਾ ਕਤਲ, ਪਿਓ ਤੇ ਧੀ ਦਾ ਇਸ਼ਕ। ਸਿੱਖਿਆ ਮੰਤਰੀ ਨੇ ਚਿੱਤਰ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਖੁਸਰਿਆਂ ਨੇ ਯੂਨੀਅਨ ਬਣਾ ਲਈ। ਆਖਰੀ ਸੁਰਖੀ ਬੜੀ ਦਿਲਚਸਪ ਲੱਗੀ। ਮੈਂ ਅੱਗੇ ਪੜ੍ਹਿਆ ਤਾਂ ਪਤਾ ਲੱਗਾ ਕਿ ਇੱਕ ਨੌਜਵਾਨ ਕੁੜੀ ਹਿਜੜੇ ਨੇ, ਜਿਸ ਨੇ ਦਿੱਲੀ ਸਕੂਲ ਬੋਰਡ ਤੋਂ 10ਵੀਂ ਪਾਸ ਕੀਤੀ ਹੈ, ਇੱਕ ਕਾਨਫਰੰਸ ਬੁਲਾਈ, ਨਾਅਰਾ ਲਾਇਆ, ਭਾਰਤ ਦੇ ਹਿਜੜਿਓ ਇਕੱਠੇ ਹੋ ਜਾਓ। ਸਾਡੇ ਕੋਲ ਕੀ ਹੈ ਜੋ ਉਹ ਕੋਈ ਖੋਹ ਲਵੇਗਾ? ਸਿਰਫ ਸ਼ਰਮ। ਉਸ ਦੀ ਸਾਨੂੰ ਕੋਈ ਪਰਵਾਹ ਨਹੀਂ। ਉਹਨਾਂ ਨੇ ਮਤਾ ਪਾਸ ਕੀਤਾ ਤੇ ਮੰਗ ਕੀਤੀ ਕਿ ਭਾਰਤ ਦੇ ਵਿਧਾਨ ਵਿੱਚ ਇੱਕ ਮੱਦ ਇਹ ਵੀ ਹੋਵੇ ਕਿ ਜਿਸ ਨਾਲ ਉਹਨਾਂ ਨੂੰ ਤੀਜੇ ਲਿੰਗ ਦੇ ਤੌਰ ਤੇ ਪ੍ਰਵਾਨ ਕੀਤਾ ਜਾਵੇ। ਉਹਨਾਂ ਨੂੰ ਗੱਡੀਆਂ ਵਿੱਚ ਸਫ਼ਰ ਕਰਨ, ਵੋਟ ਦੇਣ ਅਤੇ ਪਾਸਪੋਰਟ ਉੱਤੇ ਪੁਲਿੰਗ ਜਾਂ ਇਸਤਰੀ ਲਿੰਗ ਦੀ ਥਾਂ ਜਿਹੜਾ ਲਿੰਗ ਸ਼ਬਦ ਦਰਜ ਕਰਨ ਦੀ ਇਜਾਜ਼ਤ ਹੋਵੇ। ਕਾਨੂੰਨ ਸਿਰਫ 2 ਲਿੰਗ ਪ੍ਰਵਾਨ ਕਰਦਾ ਸੀ। ਉਹਨਾਂ ਨੇ ਹਿਜੜਿਆਂ ਦੇ ਅਲੱਗ ਖਾਨੇ ਦੀ ਮੰਗ ਕੀਤੀ। ਇਹ ਵੀ ਆਖਿਆ ਕਿ ਉਹਨਾਂ ਦੇ ਸੱਭਿਆਚਾਰਕ ਤੇ ਗਾਉਣ ਦੇ ਨੱਚਣ ਦੀਆਂ ਰਸਮਾਂ ਨੂੰ ਉન્નਤ ਕੀਤਾ ਜਾਵੇ ਤੇ ਦੂਜੇ ਮੁਲਕਾਂ ਵਿੱਚ ਉਹਨਾਂ ਦੇ ਡੈਲੀਗੇਸ਼ਨ ਭੇਜੇ ਜਾਣ। ਜੇ ਉਹਨਾਂ ਦੀਆਂ ਇਹ ਜਾਇਜ਼ ਮੰਗਾਂ ਪ੍ਰਵਾਨ ਨਾ ਕੀਤੀਆਂ ਗਈਆਂ ਤਾਂ ਜਲੂਸ ਕੱਢ ਕੇ ਪਾਰਲੀਮੈਂਟ ਉੱਤੇ ਧਾਵਾ ਬੋਲ ਦੇਣਗੇ। ਖੁਸਰਿਆਂ ਨੇ ਆਪਣੀ ਪਰੰਪਰਾ ਨੂੰ ਵੈਦਿਕ ਕਾਲ ਨਾਲ ਜੋੜਿਆ। ਉਹਨਾਂ ਨੇ ਸਿੱਧ ਕੀਤਾ ਕਿ ਮਹਾਭਾਰਤ ਦਾ ਹੀਰੋ ਸ਼ਿਖੰਡੀ ਉਹਨਾਂ ਦਾ ਪੂਰਵਜ ਹੀ ਸੀ। ਖੁਸਰਿਆਂ ਦੇ ਖਾਰਜ ਸਾਰਾਵਾਂ ਨੇ ਹਿੰਦੁਸਤਾਨ ਦੇ ਇਤਿਹਾਸ ਵਿੱਚ ਬਹੁਤ ਵੱਡਾ ਰੋਲ ਅਦਾ ਕੀਤਾ ਹੈ। ਉਹਨਾਂ ਦੀ ਬੇਲਾਗਤਾ, ਨਿਰਲੇਪਤਾ, ਵਫਾਦਾਰੀ ਤੇ ਮਹਿਲਾ ਤੇ ਰਣਵਾਸ ਅੰਦਰ ਪੂਰੀ ਪਹੁੰਚ ਬਾਦਸ਼ਾਹਾਂ ਤੇ ਰਾਜਿਆਂ ਦੀ ਹਕੂਮਤ ਦੀ ਕੁੰਜੀ ਸਨ। ਵੱਡੇ ਤੋਂ ਵੱਡਾ ਰਾਜ ਇਹ ਲੋਕ ਆਪਣੇ ਸੀਨੇ ਵਿੱਚ ਰੱਖ ਸਕਦੇ ਸਨ। ਖੁਫੀਆ ਮਹਿਕਮੇ, ਗੁਪਤ ਤੇ ਭੇਦ ਭਰੇ ਮਹਿਲਾਂ ਵਿੱਚ ਰਾਜ ਸੱਤਾ ਦੀ ਸ਼ਤਰੰਜ ਦੀਆਂ ਚਾਲਾਂ ਇਹਨਾਂ ਦੇ ਹੱਥ ਵਿੱਚ ਸਨ। ਦੁਨੀਆ ਦੇ ਇਤਿਹਾਸ ਵਿੱਚ ਪ੍ਰਸਿੱਧ ਹੈ ਕਿ ਚੰਗੇਜ਼ ਖਾਨ ਨੇ ਆਪਣੀ ਜ਼ਿੰਦਗੀ ਵਿੱਚ 52 ਲੜਾਈਆਂ ਲੜੀਆਂ ਤੇ ਉਹਨਾਂ ਵਿੱਚੋਂ ਸਿਰਫ ਇੱਕ ਲੜਾਈ ਹਾਰਿਆ। ਉਸ ਵੇਲੇ ਉਸ ਦੀ ਮੁਖਾਲਫ ਫੌਜ ਦਾ ਜਰਨੈਲ ਇੱਕ ਚੀਨੀ ਹਿਜੜਾ ਸੀ। ਮੁਲਕ ਵਿੱਚ ਆਜ਼ਾਦੀ ਦੀ ਨਵੀਂ ਰੌ ਨੇ ਤੇ ਆਪਾਧਾਪੀ ਨੇ ਹਿਜੜਿਆਂ ਨੂੰ ਵੀ ਜੋਸ਼ ਦਿਵਾ ਦਿੱਤਾ। ਉਹ ਵੀ ਤੀਜੀ ਤਾਕਤ ਵਾਂਗ ਹਿੰਦੁਸਤਾਨ ਦੇ ਸਮਾਜ ਵਿੱਚ ਉੱਭਰ ਰਹੇ ਸਨ। ਜਨਤਾ ਦੀ ਜਿੱਤ ਪਿੱਛੋਂ ਖੁਸ਼ੀ ਦੇ ਹੁਲਾਸ ਦੇ ਨਾਅਰੇ ਮੱਠੇ ਪੈ ਗਏ। ਫਿਰ ਉਹੀ ਨਿੱਤ ਚਿੱਤਰੀਆਂ ਦਾ ਗੇੜ ਸ਼ੁਰੂ ਹੋ ਗਿਆ। ਕੈਂਪਸ ਵਿੱਚ ਉਹੀ ਪ੍ਰੋਫੈਸਰ, ਉਹੀ ਸਬਕ, ਉਹੀ ਕਰਮਚਾਰੀ, ਉਹੀ ਵਾਈਸ ਚਾਂਸਲਰ ਅਤੇ ਉਹੀ ਦਰਬਾਰੀ ਫਿਰ ਤਾਕਤ ਵਿੱਚ ਆ ਗਏ। ਮੈਂ ਯੂਨੀਵਰਸਿਟੀ ਵਿੱਚ ਨਾਟਕ ਰਚ ਰਿਹਾ ਸਾਂ ਤੇ ਡਾਇਰੈਕਟ ਕਰ ਰਿਹਾ ਸਾਂ। ਚੰਡੀਗੜ੍ਹ ਦੇ ਨਿੱਕੇ ਸ਼ਹਿਰ ਦੀ ਯੂਨੀਵਰਸਿਟੀ ਦੇ ਇੱਕ ਡਿਪਾਰਟਮੈਂਟ ਤੇ ਨਿੱਕੇ ਸਟੂਡੀਓ ਵਿੱਚ ਜੋ ਨਾਟਕ ਮੈਂ ਖੇਡਦਾ ਤੇ ਜੋ ਖੂਬਸੂਰਤ ਅਤੇ ਰਚਨਾਤਮਕ ਤਜਰਬੇ ਕਰਦਾ, ਉਹ ਦੂਜੀ ਸਵੇਰ ਨਾਟਕ ਮੁੱਕਣ ਪਿੱਛੋਂ ਮੁੱਕ ਜਾਂਦੇ। ਇਉਂ ਲੱਗਦਾ ਜਿਵੇਂ ਇੱਥੇ ਕਦੀ ਕੁਝ ਹੋਇਆ ਹੀ ਨਹੀਂ, ਬਲਕਿ ਇਸ ਤਰ੍ਹਾਂ ਜਿਵੇਂ ਕੋਈ ਰੇਤੇ ਦੀਆਂ ਖੂਬਸੂਰਤ ਡਿਜ਼ਾਈਨ ਬਣਾਵੇ, ਖੂਬਸੂਰਤ ਸ਼ਾਹਕਾਰ, ਤੇ ਫਿਰ ਹਵਾ ਚੱਲਣ ਤੇ ਇਹ ਡਿਜ਼ਾਈਨ ਰੇਤੇ ਵਿੱਚ ਗਵਾਚ ਜਾਣ। ਕੋਈ ਯਕੀਨ ਵੀ ਨਹੀਂ ਕਰੇਗਾ ਕਿ ਇੱਥੇ ਕਿਸੇ ਨੇ ਕੋਈ ਸੁੰਦਰ ਨਕਸ਼ ਲਕੀਰੇ ਸਨ। ਨਿੱਕੇ ਕੀੜਿਆਂ ਵਾਂਗ ਹੀ ਅਸੀਂ ਕੀੜਿਆਂ ਵਾਂਗ ਹਾਂ ਜੋ ਆਪਣੀ ਫੌਜ ਇਕੱਠੀ ਕਰਕੇ ਤੁਰਦੀਆਂ ਹਨ, ਅਨੁਸ਼ਾਸਨ ਨਾਲ ਖੰਡ ਦੇ ਦਾਣੇ ਢੋਂਦੀਆਂ ਹਨ, ਨਿੱਕੇ ਨਿੱਕੇ ਮਘੋਰੇ ਬਣਾਉਂਦੀਆਂ ਹਨ ਤੇ ਮਿਹਨਤ ਤੇ ਸਬਰ ਨਾਲ ਕੰਮ ਕਰਦੀਆਂ ਹਨ। ਅਗਲੇ ਪਲ ਹਨੇਰੀ ਆਉਂਦੀ ਹੈ ਤੇ ਸਭ ਕੁਝ ਖੂੰਜ ਲੈ ਜਾਂਦੀ ਹੈ। ਕੋਈ ਕਿਸੇ ਚੀਜ਼ ਵਿੱਚ ਵਿਸ਼ਵਾਸ ਨਹੀਂ ਰੱਖਦਾ। ਤੁਸੀਂ ਲੱਖਾਂ ਮਣ ਦੁੱਧ ਰੇਤੇ ਵਿੱਚ ਡੋਲ ਰਹੇ ਹੋ। ਮਨੁੱਖ ਦੀ ਅਦੁੱਤੀ ਸ਼ਕਤੀ, ਉਸ ਦੀ ਜ਼ਰਖੇਜ਼ ਤੇ ਸੁੰਦਰ ਸ਼ਕਤੀ ਤੇ ਉਹ ਝੱਟ-ਪੱਟ ਹੀ ਰੇਤੇ ਵਿੱਚ ਬਦਲ ਜਾਣੀ ਹੈ। ਅੰਕ 16ਵਾਂ। ਦਿੱਲੀ ਵਿੱਚ ਫਿਲਮ ਫੈਸਟੀਵਲ ਸੀ ਤੇ ਮੈਂ ਜਿਊਰੀ ਦਾ ਮੈਂਬਰ ਹੋਣ ਦੇ ਨਾਤੇ ਉੱਥੇ ਗਿਆ ਸਾਂ। ਮੈਂ ਆਪਣੇ ਉਸੇ ਪੁਰਾਣੇ ਕਰਜਨ ਰੋਡ ਵਾਲੇ ਨਿੱਕੇ ਘਰ ਵਿੱਚ ਜਾ ਰਿਹਾ ਸਾਂ ਜੋ ਮੈਂ ਹਮੇਸ਼ਾ ਆਪਣੇ ਕੋਲ ਰੱਖਿਆ ਸੀ। ਸਵੇਰੇ ਟੈਲੀਫੋਨ ਦੀ ਘੰਟੀ ਵੱਜੀ। ਉਹ ਉਮਾ ਸੀ। ਉਹ ਬਹੁਤ ਗਰਮਜੋਸ਼ੀ ਨਾਲ ਬੋਲੀ, ਵੇਦ ਮਹਿਤਾ ਨਿਊਯਾਰਕ ਤੋਂ ਆਇਆ ਹੈ। ਮੇਰਾ ਖਿਆਲ ਹੈ ਉਸ ਨੂੰ ਸਤੀਸ਼ ਗੁਜਰਾਲ ਨਾਲ ਮਿਲਾਵਾਂ। ਕੁਦਰਤ ਦਾ ਬੜਾ ਅਜੀਬ ਮਖੌਲ, ਪਰ ਮੈਂ ਬਹੁਤ ਬਹਿਬਲ ਸਾਂ ਕਿ ਦੋਵੇਂ ਇੱਕ ਦੂਜੇ ਨੂੰ ਕਿਵੇਂ ਮਿਲਦੇ ਨੇ। ਤੂੰ ਅੱਜ ਸ਼ਾਮ ਡਿਨਰ 'ਤੇ ਜ਼ਰੂਰ ਆਵੀਂ। 10 ਸਾਲ ਹੋਏ ਮੈਂ ਵੇਦ ਮਹਿਤਾ ਨੂੰ ਨਿਊਯਾਰਕ ਵਿੱਚ ਮਿਲਿਆ ਸਾਂ। ਉਹ ਬੜੇ ਕੀਮਤੀ ਫਲੈਟ ਵਿੱਚ ਰਹਿ ਰਿਹਾ ਸੀ ਤੇ ਉੱਥੇ ਉਸ ਨੂੰ ਮਿਲਣ ਤੋਂ ਪਹਿਲਾਂ ਅਮਰੀਕਨ ਚੌਕੀਦਾਰ ਤੋਂ ਇਜਾਜ਼ਤ ਲੈਣੀ ਪੈਂਦੀ ਸੀ। ਵੇਦ ਮਹਿਤਾ ਆਪਣੇ ਸ਼ਾਹੀ ਫਲੈਟ ਵਿੱਚ ਪਾਰਟੀਆਂ ਕਰਦਾ ਤਾਂ ਆਪਣੇ ਸੈਕਸ ਗਿਆਨ ਨੂੰ ਦਿਖਾਉਣ ਲਈ ਪਾਰਟੀਆਂ ਵਿੱਚ ਬੈਠੀਆਂ ਤੀਵੀਆਂ ਦੇ ਮਰਦਾਂ ਨਾਲ ਬਹੁਤ ਨਿਸ਼ੰਗਤੀ ਤੇ ਪੱਕੀ ਸ਼ਬਦਾਵਲੀ ਵਿੱਚ ਗੱਲਾਂ ਕਰਦਾ। ਯਕਦਮ ਉਹ ਕਿਸੇ ਤੀਵੀ ਨੂੰ ਪੁੱਛਦਾ, ਤੂੰ ਕਿੰਨੇ ਮਰਦਾਂ ਨੂੰ ਛਕਿਆ ਹੈ? ਦੂਜੀ ਨੂੰ ਆਖਦਾ, ਮੈਨੂੰ ਤੇਰੀ ਚੋਲੀ ਦਾ ਗਲਮਾ ਪਸੰਦ ਨਹੀਂ, ਸ਼ਰਮਾ ਨਾ, ਦੇਖਾਂ ਕਿਤੇ ਲੁਕੋ ਰੱਖੇ ਨੇ ਬੰਬ ਦੇ ਗੋਲੇ। ਕਿਸੇ ਹੋਰ ਨੂੰ ਆਖਦਾ ਹੈ, ਤੂੰ ਜਾਣਦੀ ਹੈ ਨਾ ਮੇਰੇ ਦੋਸਤ ਨੂੰ, ਕ੍ਰਿਸ਼ਨ ਕੁਮਾਰ ਨੂੰ, ਸਾਰਾ ਨਪੁੰਸਕ ਹੈ, ਹਰਾਮੀ, ਆਪਣੀ ਬੀਵੀ ਦੀ ਤਸੱਲੀ ਵੀ ਨਹੀਂ ਕਰ ਸਕਦਾ। ਇੱਕ ਦਿਨ ਉਹਦੀ ਬੀਵੀ ਮੇਰੇ ਨਾਲ ਲੱਚਣ ਲੱਗੀ ਤਾਂ ਉਹ ਮੇਰੇ ਕੋਲ ਕੰਨ ਵਿੱਚ ਕੁਝ ਆਖਿਆ। ਉਸ ਦਾ ਜੀ ਕਰਦਾ ਸੀ
ਕਿ ਮੈਂ ਉਸ ਨੂੰ ਉੱਥੇ ਹੀ ਢਾਹ ਲਵਾਂ। ਫਿਰ ਉਹ ਵਿੱਚ ਅਸੀਂ ਉਹ ਮਸ਼ਹੂਰ ਮੈਗਜ਼ੀਨ ਨਿਊਯਾਰਕ ਦੀਆਂ ਗੱਲਾਂ ਵੀ ਕਰਦਾ ਜਿੱਥੇ ਉਹ ਐਸਿਸਟੈਂਟ ਐਡੀਟਰ ਸੀ। ਵੇਦ ਨੂੰ ਲੋਕ ਉਸਦੇ ਕੰਢੇਦਾਰ ਮਜ਼ਾਜ ਅਤੇ ਖਰੀ ਗੱਲ ਮੂੰਹ 'ਤੇ ਆਖਣ ਲਈ ਸਲਾਹੁੰਦੇ ਸਨ, ਪਰ ਉਹ ਆਪਣੇ ਬਾਰੇ ਖੁਦ ਕਿਸੇ ਹੋਰ ਦੀ ਖਰੀ ਗੱਲ ਬਰਦਾਸ਼ਤ ਨਹੀਂ ਸੀ ਕਰ ਸਕਦਾ। ਬਹੁਤੇ ਲੋਕ ਇਸ ਡਰ ਨਾਲ ਕਿ ਉਸ ਦੀ ਦੋਸਤੀ ਨਾ ਗਵਾ ਬੈਠਣ ਉਸਦੇ ਚੁਭਵੇਂ ਸ਼ਬਦ ਵੀ ਪੀ ਜਾਂਦੇ। ਵੇਦ ਨੇਤਰਹੀਣ ਸੀ, ਬਿਲਕੁਲ ਅੰਨਾ। ਉਸਦੀ ਦ੍ਰਿਸ਼ਟੀਹੀਣ ਚਿਹਰਾ ਇੱਕ ਮਖੌਟੇ ਵਾਂਗ ਜਾਪਦਾ ਸੀ, ਇੱਕ ਵੱਡੀ ਗੋਲ ਅੱਖਾਂ ਵਾਲੀ ਜੋ ਤੁਹਾਨੂੰ ਕੀਲ ਲਵੇ। ਅੰਨਾ ਹੋਣ ਕਰਕੇ ਉਸ ਦੇ ਲੁੱਚੇ ਅਤੇ ਅਸ਼ਲੀਲ ਬੋਲ ਪਵਿੱਤਰ ਜਾਪਦੇ। ਉਸ ਦੀ ਲਿੰਗਾਤਮਕ ਸ਼ਬਦਾਵਲੀ ਮਾਸੂਮ ਜਾਪਦੀ। ਔਰਤਾਂ ਉਸ ਤੋਂ ਸ਼ਰਮਾਉਂਦੀਆਂ ਨਹੀਂ ਸਨ, ਸਗੋਂ ਦਲੇਰੀ ਨਾਲ ਖੁੱਲ੍ਹੀਆਂ ਗੱਲਾਂ ਕਰਦੀਆਂ ਸਨ, ਕਿਉਂਕਿ ਉਸ ਵੇਲੇ ਕੋਈ ਨੰਗੀ ਅੱਖ ਨਹੀਂ ਦੇਖ ਰਹੀ ਹੁੰਦੀ। ਉਸ ਦੀਆਂ ਹਿੰਦੁਸਤਾਨ ਬਾਰੇ 2 ਕਿਤਾਬਾਂ ਕਾਫੀ ਵਿਕੀਆਂ ਸਨ। ਉਸ ਦੇ ਹਿੰਦੁਸਤਾਨੀ ਸਮਾਜ ਦੇ ਲੀਡਰਾਂ ਉੱਤੇ ਟਿੱਪਣੀ ਦਿਲਚਸਪ ਸਨ। ਕਿਤਾਬਾਂ ਦੇ ਵਿਕਣ ਵਿੱਚ ਸਹਾਈ ਉਸਨੇ ਮਹਾਤਮਾ ਗਾਂਧੀ ਬਾਰੇ ਲਿਖਿਆ ਤਾਂ ਮਹਾਤਮਾ ਦੇ ਬ੍ਰਹਮਚਾਰੇ ਅਤੇ ਸਿਆਸੀ ਸਿਧਾਂਤਾਂ ਦਾ ਮੌਜੂ ਉਡਾਇਆ। ਉਹ ਬੜੀ ਸੂਝ ਨਾਲ ਅਤੇ ਤੀਖਣ ਬੁੱਧੀ ਨਾਲ ਮਹਾਤਮਾ ਗਾਂਧੀ ਦੇ ਜੀਵਨ ਅਤੇ ਉਹਨਾਂ ਪੱਖਾਂ ਨੂੰ ਉਘਾੜਦਾ ਅਤੇ ਉਹਨਾਂ ਉੱਤੇ ਰੋਸ਼ਨੀ ਪਾਉਂਦਾ ਸੀ ਜੋ ਪੱਛਮੀ ਪਾਠਕ ਪੜ੍ਹ ਕੇ ਆਨੰਦ ਲੈਂਦੇ ਸਨ। ਪਰ ਵੇਦ ਦਾ ਸਾਰਾ ਮਾਲ ਖਜ਼ਾਨਾ ਇਹ ਸੀ ਕਿ ਉਹ ਭਾਰਤ ਦਾ ਪੁੱਤ ਹੈ। ਜੇ ਉਹ ਅਮਰੀਕਨ ਹੁੰਦਾ ਤਾਂ ਕਿਸ ਨੇ ਪਰਵਾਹ ਕਰਨੀ ਸੀ ਉਸ ਦੀਆਂ ਲਿਖਤਾਂ ਦੀ। ਇਸ ਲਈ ਉਹ ਹਰ ਤੀਜੇ ਚੌਥੇ ਸਾਲ ਹਿੰਦੁਸਤਾਨ ਆਉਂਦਾ ਤਾਂ ਜੋ ਆਪਣੇ ਹਿੰਦੁਸਤਾਨੀਪਣ ਨੂੰ ਕਾਇਮ ਰੱਖ ਸਕੇ। ਸ਼ਾਮ ਨੂੰ ਮੈਂ ਉਮਾ ਦੇ ਘਰ ਗਿਆ। ਮੈਂ ਪੌੜੀਆਂ ਚੜ੍ਹ ਰਿਹਾ ਸਾਂ ਤਾਂ ਮੈਨੂੰ ਉੱਚੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਸਤੀਸ਼ ਤੇ ਵੇਦ ਕਿਸੇ ਭਖਦੇ ਹੋਏ ਮਸਲੇ 'ਤੇ ਬਹਿਸ ਕਰ ਰਹੇ ਸਨ। ਕੁਝ ਚਿਰ ਪਹਿਲਾਂ ਹੀ ਵੇਦ ਨੇ ਚਾਚਾ ਜੀ ਦੇ ਨਾਂ ਦੀ ਇੱਕ ਰੰਗਦਾਰ TV ਫਿਲਮ ਬਣਾਈ ਸੀ ਜੋ ਉਸਨੇ ਕਿਸੇ ਅਮਰੀਕਨ ਟੈਲੀਵਿਜ਼ਨ ਕੰਪਨੀ ਨੇ ਤਿਆਰ ਕਰਨ ਲਈ ਆਖਿਆ ਸੀ। ਇਸ ਡਾਕੂਮੈਂਟਰੀ ਫਿਲਮ ਦਾ ਨਾਇਕ ਉਸਦਾ ਬੁੱਢਾ ਚਾਚਾ ਸੀ। 1 ਘੰਟੇ ਦੀ ਇਸ ਫਿਲਮ ਵਿੱਚ ਚਾਚਾ ਜੀ ਦਾ ਸਾਰੇ ਦਿਨ ਦਾ ਪ੍ਰੋਗਰਾਮ ਪੇਸ਼ ਕੀਤਾ ਸੀ, ਇੱਕ ਨਖੱਟੂ ਤੇ ਫਜ਼ੂਲ ਬੁੱਢੇ ਦਾ ਪਾਤਰ। ਉਸਨੇ ਇਹ ਫਿਲਮ ਦੇ ਪ੍ਰਾਈਵੇਟ ਸ਼ੋਅ ਦਿਖਾਏ ਸਨ। ਇਸ ਦੇ ਰਿਸ਼ਤੇਦਾਰ, ਦੋਸਤ, ਅਖਬਾਰ ਨਵੀਸ ਅਤੇ ਉਸ ਦੀਆਂ ਪ੍ਰਸ਼ੰਸਕ ਤੀਵੀਆਂ ਇਸ ਫਿਲਮ ਦੀ ਤਾਰੀਫ ਕਰਦੀਆਂ ਸਨ। ਵੇਦ ਨੇ ਮੈਨੂੰ ਪੁੱਛਿਆ, ਤੂੰ ਦੇਖੀ ਹੈ ਮੇਰੀ ਫਿਲਮ? ਲੋਕਾਂ ਨੇ ਇਸ ਦੀ ਤਾਰੀਫ ਕੀਤੀ ਹੈ, ਕੁਝ ਜ਼ਿਆਦਾ ਹੀ ਕਰ ਦਿੱਤੀ। ਮੈਨੂੰ ਇੰਨੀ ਤਾਰੀਫ ਬਿਲਕੁਲ ਪਸੰਦ ਨਹੀਂ, ਪਰ ਤੂੰ ਫਿਲਮ ਜ਼ਰੂਰ ਦੇਖੀ, ਬਹੁਤ ਚੰਗੀ ਹੈ। ਸਤੀਸ਼ ਨੂੰ ਵੈਦ ਦੀ ਇਹ ਸਵੈ ਪ੍ਰਸ਼ੰਸਾ ਪਸੰਦ ਨਾ ਆਈ। ਉਹ ਭੜਕ ਉੱਠਿਆ, ਇਹ ਮੁਲਕ ਝੂਠਿਆਂ ਦਾ ਭਰਿਆ ਹੋਇਆ ਹੈ। ਜਿਸ ਨੂੰ ਦੇਖੋ ਆਪਣੇ ਗੁਣ ਗਾ ਰਿਹਾ ਹੈ। ਤੁਸੀਂ ਵੇਦ ਦੀ ਫਿਲਮ ਦੀ ਤਾਰੀਫ ਕਿਵੇਂ ਕਰ ਸਕਦੇ ਹੋ? ਫਿਲਮ ਬਣਾਉਣਾ ਪੇਂਟਿੰਗ ਵਾਂਗ ਦਰਸ਼ਨੀ ਕਲਾ ਹੈ ਅਤੇ ਇੱਥੇ ਤੁਸੀਂ ਵੇਦ ਦੀ ਤਾਰੀਫ ਕਰ ਰਹੇ ਹੋ ਫਿਲਮ ਬਣਾਉਣ ਲਈ, ਜਦੋਂ ਕਿ ਫਿਲਮ ਸਿਰਫ ਮਨੁੱਖੀ ਅੱਖ ਕੈਮਰੇ ਦੇ ਲੈਂਜ ਵਿੱਚੋਂ ਦੀ ਜਾਂਚ ਬਣਾ ਕੇ ਕਰ ਸਕਦੀ ਹੈ। ਨਿਰੀ ਬਕਵਾਸ। ਉਸ ਨੇ ਫਿਰ ਵੇਦ ਨੂੰ ਸੰਬੋਧਨ ਕੀਤਾ, ਤੂੰ ਧੋਖਾ ਦਿੰਦਾ ਹੈ ਆਪਣੇ ਆਪ ਨੂੰ ਇਹ ਆਖ ਕੇ ਕਿ ਤੂੰ ਦੇਖ ਰਿਹਾ ਹੈ। ਕੀ ਲੋੜ ਹੈ ਤੈਨੂੰ ਇੱਕ ਸੁਜਾਖੀ ਆਦਮੀ ਦੇ ਸੰਗ ਰਚਣ ਦੀ? ਤੂੰ ਆਪਣੇ ਅੰਨੇ ਹੋਣ ਨੂੰ ਲੁਕਾਉਂਦਾ ਕਿਉਂ ਹੈ? ਸੱਚੀ ਗੱਲ ਤਾਂ ਇਹ ਹੈ ਕਿ ਨੇਤਰਹੀਣ ਹੋਣ ਨਾਲ ਹੀ ਤੂੰ ਆਪਣੇ ਪਰਿਵਾਰ ਦੇ ਬਾਕੀ ਜੀਆਂ ਨਾਲੋਂ ਵੱਖਰਾ ਤੇ ਨਿਵੇਕਲਾ ਹੈ। ਇਸ ਅੰਨੇਪਣ ਨੇ ਤੈਨੂੰ ਅਦੁੱਤੀ ਰੋਸ਼ਨੀ ਦਿੱਤੀ ਹੈ। ਤੂੰ ਆਪਣੇ ਅੰਨੇ ਹੋਣ ਦੀ ਸ਼ਰਮ ਖਾਂਦਾ ਹੈ ਤਾਂ ਹਾਲਾਂਕਿ ਤੈਨੂੰ ਫਖਰ ਹੋਣਾ ਚਾਹੀਦਾ ਹੈ, ਕਿਉਂਕਿ ਇਸੇ ਨਾ ਦੇਖਣ ਦੀ ਖੁਸ਼ੀ ਨੇ ਤੈਨੂੰ ਅੰਦਰਲੀ ਦ੍ਰਿਸ਼ਟੀ ਬਖਸ਼ੀ ਹੈ। ਇਸੇ ਕਰਕੇ ਤੂੰ ਵਿਸ਼ੇਸ਼ ਹੈ। ਮੈਨੂੰ ਦੇਖ, ਮੈਂ ਬੋਲਾ ਹਾਂ, ਪਰ ਮੈਂ ਇਸ ਗੱਲ ਨੂੰ ਲੁਕਾਉਂਦਾ ਨਹੀਂ। ਬਚਪਨ ਵਿੱਚ ਮੈਨੂੰ ਮੁੰਡੇ ਸਕੂਲ ਵਿੱਚ ਛੇੜਦੇ, ਤੰਗ ਕਰਦੇ ਅਤੇ ਮੈਂ ਕਈ ਸੰਤਾਪ ਕੱਟੇ, ਪਰ ਇਸੇ ਸੰਤਾਪ ਨੇ ਮੇਰੀ ਰੂਹ ਨੂੰ ਚੰਡਿਆ, ਮੇਰੀ ਬੁੱਧੀ ਤੀਖਣ ਕੀਤੀ ਅਤੇ ਮੈਨੂੰ ਇੱਕ ਨਵਾਂ ਗਿਆਨ ਪ੍ਰਾਪਤ ਹੋਇਆ, ਇੱਕ ਨਵੀਂ ਕਲਪਨਾ ਸ਼ਕਤੀ। ਇਹ ਮੇਰੀ ਚਿੱਤਰਕਲਾ ਵਿੱਚ ਧੜਕਦੀ ਹੈ। ਅਸੀਂ ਦੋਵੇਂ ਵੱਖਰੇ ਹਾਂ ਬਾਕੀ ਲੋਕਾਂ ਨਾਲੋਂ, ਅੱਡਰੇ ਅਤੇ ਵਿਲੱਖਣ। ਪੁਰਾਣੇ ਜ਼ਮਾਨੇ ਵਿੱਚ ਮੈਕਸੀਕੋ ਵਿੱਚ ਸਰਕਾਰ ਕਾਤਲਾਂ ਨੂੰ ਕਿਸੇ ਡੂੰਘੀ ਖੂਹ ਦੀ ਤਹਿ ਵਿੱਚ ਬਣੀ ਕਾਲ ਕੋਠੜੀ ਵਿੱਚ ਡੱਕ ਦਿੰਦੀ ਸੀ। ਇਸ ਕਾਲ ਕੋਠੜੀ ਵਿੱਚ ਕਦੇ ਕੋਈ ਕੈਦੀ ਬਾਹਰ ਨਹੀਂ ਸੀ ਨਿਕਲ ਸਕਦਾ। ਕਿਸੇ ਨੂੰ ਨਹੀਂ ਸੀ ਪਤਾ ਕਿ ਇਹ ਅਭਾਗੇ ਕੈਦੀ ਕਿਵੇਂ ਰਹਿੰਦੇ ਅਤੇ ਕੀ ਸੋਚਦੇ ਨੇ। ਇੱਕ ਵਾਰ ਇੱਕ ਕੈਦੀ ਯਤਨਾਂ ਨਾਲ ਕਿਸੇ ਤਰ੍ਹਾਂ ਨਿਕਲ ਕੇ ਉੱਪਰ ਆ ਗਿਆ ਅਤੇ ਉਸਨੇ ਲੋਕਾਂ ਨੂੰ ਕਾਲ ਕੋਠੜੀ ਦੇ ਭਿਆਨਕ ਜੀਵਨ ਬਾਰੇ ਦੱਸਿਆ। ਤੂੰ ਤੇ ਮੈਂ ਅਜਿਹੇ 2 ਖੁਸ਼ਕਿਸਮਤ ਕੈਦੀ ਹਾਂ ਜੋ ਬਾਹਰ ਆ ਗਏ ਹਾਂ। ਅਸੀਂ ਲੋਕਾਂ ਨੂੰ ਦੱਸ ਸਕਦੇ ਹਾਂ ਕਿ ਸਾਡੇ ਨੇਤਰਹੀਣ ਤੇ ਧੁਨੀਹੀਣ ਜਗਤ ਵਿੱਚੋਂ ਕਿਹੋ ਜਿਹੀ ਅਦੁੱਤੀ ਅਤੇ ਰਹੱਸਮਈ ਅਨੁਭਵ ਹਨ। ਅਸੀਂ ਇਸੇ ਲਈ ਬਣੇ ਹਾਂ ਕਿ ਲੋਕਾਂ ਨੂੰ ਆਪਣੇ ਅਨੋਖੇ ਅਤੇ ਅਣਜਾਣੇ ਸੰਸਾਰ ਦੀ ਹਕੂਮਤ ਦਸੀਏ। ਪਰ ਤੂੰ ਇਸ ਗੱਲ ਨੂੰ ਤਬਾਹ ਕਰ ਰਿਹਾ ਹੈ ਕਿ ਇਹ ਸਾਂਗ ਰਚਾ ਕੇ ਕਿ ਤੂੰ ਆਦਮੀ ਵਾਂਗ ਦੇਖ ਸਕਦਾ ਹੈ। ਸਤੀਸ਼ ਦੀਆਂ ਗੱਲਾਂ ਸੁਣ ਕੇ ਸਾਰੇ ਹੈਰਾਨ ਹੋਏ। ਸਤੀਸ਼ ਨੇ ਆਪਣੇ ਮੈਕਸੀਕੋ ਵਿੱਚ ਬਿਤਾਈ ਜ਼ਿੰਦਗੀ ਬਾਰੇ ਦੱਸਿਆ ਅਤੇ ਆਪਣੀ ਪੇਂਟਿੰਗ ਬਾਰੇ ਗੱਲਾਂ ਕੀਤੀਆਂ। ਉਹ ਬੋਲਿਆ, ਮੇਰੇ ਗੁਰੂ ਸਕੀਰੋਸ ਤੇ ਰਵੀਰਾ ਸਨ, ਪਰ ਮੇਰਾ ਰੂਹਾਨੀ ਗੁਰੂ ਰੋਜ਼ੌਕ ਸੀ। ਉਸ ਦੀ ਕਲਾ ਮੈਨੂੰ ਖਿੱਚਦੀ ਸੀ। ਉਹ ਪਾਲੀਟਿਕਸ ਦੇ ਖਿਲਾਫ ਸੀ।
ਮੈਂ ਪੋਲੀਟੀਕਲੀ ਆਰਟ ਦਾ ਸਮਰਥਕ ਸਾਂ, ਸਮਾਜ ਪ੍ਰਤੀਬੱਧਤਾ ਦਾ, ਕਿਉਂਕਿ ਮੇਰੀ ਸਾਰੀ ਤਾਲੀਮ ਤੇ ਪਿਛੋਕੜ ਸਿਆਸੀ ਜੱਦੋ-ਜਹਿਦ ਦਾ ਸੀ। ਮੇਰਾ ਪਿਤਾ ਕਈ ਸਾਲ ਮੁਲਕ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਜੇਲ੍ਹ ਗਏ ਤੇ ਸਾਰੀ ਉਮਰ ਖੱਦਰ ਪਹਿਨਦੇ ਰਹੇ। ਮੈਂ ਕਿਸੇ ਵਾਯੂਮੰਡਲ ਦਾ ਜੰਮਪਲ ਸਾਂ। ਪਰ ਅਰੋਜ਼ੋਗ ਦੀ ਕਲਾ ਤੇ ਉਸ ਦੇ ਵਿਚਾਰ ਦੇਖ ਕੇ ਮੈਂ ਹਿੰਦੁਸਤਾਨ ਪਰਤਿਆ ਤਾਂ ਮੈਂ ਵੀ ਪੋਲੀਟੀਕਲ ਆਰਟ ਦੇ ਖਿਲਾਫ ਹੋ ਗਿਆ। ਮੈਂ ਕਦੇ ਵੋਟ ਪਾਉਣ ਨਹੀਂ ਗਿਆ, ਕਿਉਂਕਿ ਮੈਂ ਸਮਝਦਾ ਹਾਂ ਕਿ ਇਹ ਬੇਵਫਾਈ ਹੈ ਕਿ ਇਸ ਮੁਲਕ ਦੇ ਲੋਕ ਕਦੇ ਕੁਝ ਨਹੀਂ ਸਿੱਖਣਗੇ। ਤੁਸੀਂ ਇੱਕ ਵਾਰ ਕਿਸੇ ਵੀ ਖੇਤਰ ਵਿੱਚ ਨਾਮ ਪੈਦਾ ਕਰ ਲਓ, ਤੁਸੀਂ ਕਦੇ ਨਹੀਂ ਮਰਦੇ। ਹਾਂ, ਮਿਸਿਸ ਗਾਂਧੀ ਦਾ ਨਾਮ ਭੰਡਿਆ ਜਾ ਰਿਹਾ ਹੈ ਤੇ ਸ਼ਾਹ ਕਮਿਸ਼ਨ ਤੇ ਪ੍ਰੈਸ ਉਸ ਦੇ ਕਲਿੱਪ ਥੱਪ ਰਿਹਾ ਹੈ, ਪਰ ਕੋਈ ਵੀ ਉਸ ਦੇ ਇਮੇਜ ਨੂੰ ਮਿਟਾ ਨਹੀਂ ਸਕਦਾ। ਅਸੀਂ ਹਮੇਸ਼ਾ ਮਰ ਚੁੱਕਿਆਂ ਦੀਆਂ ਆਤਮਾਵਾਂ ਨੂੰ ਸਾਂਭੀ ਰੱਖਿਆ ਹੈ। ਲੋਕ ਹੁਣ ਤੱਕ ਯਕੀਨ ਕਰਦੇ ਹਨ ਕਿ ਸੁਭਾਸ਼ ਚੰਦਰ ਬੋਸ ਹਿਮਾਲਿਆ ਪਹਾੜ ਵਿੱਚ ਕਿਤੇ ਜਿੰਦਾ ਫਿਰਦਾ ਹੈ, ਹਾਲਾਂਕਿ ਉਸ ਨੂੰ ਮਰੇ ਤਾਂ 35 ਸਾਲ ਤੋਂ ਉੱਪਰ ਹੋ ਗਏ ਹਨ। ਸਾਡੇ ਮੁਰਦੇ ਦਰਅਸਲ ਕਦੇ ਵੀ ਨਹੀਂ ਮਰਦੇ ਤੇ ਇੰਦਰਾ ਗਾਂਧੀ ਤਾਂ ਅਜੇ ਜਿੰਦਾ ਹੈ। ਵੈਦ ਨੇ ਆਖਿਆ, ਸਾਡੇ ਲੀਡਰ ਨਿੱਘਰਦੇ ਜਾ ਰਹੇ ਨੇ ਤੇ ਉਹਨਾਂ ਦੇ ਭਾਸ਼ਣ ਬਕਵਾਸ। ਕੀ ਇੰਦਰਾ ਗਾਂਧੀ ਅਗਲੀ ਵਾਰ ਜਿੱਤ ਜਾਵੇਗੀ? ਉਮਾ ਨੇ ਪੁੱਛਿਆ। ਵੈਦ ਬੋਲਿਆ, ਮੈਂ ਉਸ ਦੇ ਬਾਰੇ ਇੱਕ ਵਾਰ ਕੁਝ ਲਿਖਿਆ ਸੀ ਤਾਂ ਉਹ ਨਾਰਾਜ਼ ਹੋ ਗਈ ਸੀ। ਮੈਂ ਹਿੰਦੁਸਤਾਨ ਦੇ ਵੀਜ਼ੇ ਲਈ ਅਰਜ਼ੀ ਦਿੱਤੀ ਤਾਂ ਅੰਬੈਸੀ ਵਿੱਚ ਮੇਰੇ ਦੋਸਤਾਂ ਨੇ ਮੈਨੂੰ ਆਖਿਆ ਕਿ ਜੇ ਮੈਂ ਹਿੰਦੁਸਤਾਨ ਗਿਆ ਤਾਂ ਉਹ ਮੈਨੂੰ ਜੇਲ੍ਹ ਵਿੱਚ ਠੋਕ ਦੇਵੇਗੀ। ਹੁਣ ਉਹ ਗੱਦੀ ਉੱਤੇ ਨਹੀਂ, ਪਰ ਕੀ ਪਤਾ ਲੱਗਦਾ ਹੈ ਕੱਲ੍ਹ ਨੂੰ ਮੁੜ ਆ ਬੈਠੇ। ਇੱਕ ਗੱਲ ਤਾਂ ਸਾਫ਼ ਹੈ, ਉਹ ਇਲੈਕਸ਼ਨ ਇਸ ਲਈ ਹਾਰ ਗਈ ਕਿ ਉਹ ਆਪਣੇ ਬਾਪ ਦੀ ਧੀ ਵਧੇਰੇ ਸੀ ਅਤੇ ਆਪਣੇ ਪੁੱਤ ਦੀ ਮਾਂ ਘੱਟ। ਜੇ ਉਹ ਦੁਬਾਰਾ ਤਾਕਤ ਵਿੱਚ ਆ ਗਈ ਤਾਂ ਪੱਕੀ ਤੇ ਪੂਰੀ ਤਰ੍ਹਾਂ ਆਪਣੇ ਪੁੱਤ ਦੀ ਮਾਂ ਬਣ ਜਾਏ ਤੇ ਰਾਜ ਕਰੇਗੀ ਕਈ ਸਾਲਾਂ ਤੱਕ। ਅਸੀਂ ਆਪਣੇ ਪੁੱਤਾਂ ਦੇ ਸਰਾਫੇ ਹੋਏ ਹਾਂ। ਜਦੋਂ ਕੋਈ ਪਿਤਾ ਮਰਦਾ ਹੈ ਤਾਂ ਉਸਦੇ ਸਰੀਰ ਨੂੰ ਚਿਤਾ ਉੱਤੇ ਰੱਖਿਆ ਜਾਂਦਾ ਹੈ, ਤਾਂ ਵੱਡੇ ਪੁੱਤ ਦਾ ਹੀ ਹੱਕ ਹੁੰਦਾ ਕਿ ਉਹ ਆਪਣੇ ਪਿਤਾ ਨੂੰ ਅਗਨੀ ਭੇਟ ਕਰੇ। ਉਸੇ ਦਾ ਹੱਕ ਹੁੰਦਾ ਕਿ ਬਲਦੀ ਚੁਆਤੀ ਹੱਥ ਵਿੱਚ ਫੜ ਕੇ ਪਿਤਾ ਦੀ ਖੋਪੜੀ ਨੂੰ ਭੰਨੇ। ਇਹ ਇੱਕ ਪ੍ਰਕਾਰ ਦਾ ਬਦਲਾ ਹੁੰਦਾ ਹੈ ਜੋ ਪੁੱਤ ਲੈਂਦਾ ਹੈ। ਜਦੋਂ ਨਹਿਰੂ ਮਰਿਆ ਤਾਂ ਉਸ ਦਾ ਕੋਈ ਪੁੱਤ ਨਹੀਂ ਸੀ। ਉਸ ਦੇ ਦੋਹਤਰੇ ਨੂੰ ਯੂਰਪ ਵਿੱਚੋਂ ਫੌਰਨ ਬੁਲਾਇਆ ਗਿਆ ਤੇ ਉਸ ਨੇ ਆ ਕੇ ਦਾਹ ਸੰਸਕਾਰ ਕੀਤਾ। ਉਸੇ ਨੇ ਚਿਤਾ ਦੇ ਗਿਰਦ ਫੇਰੇ ਲਾ ਕੇ ਬਲਦੀ ਹੋਈ ਚੁਆਤੀ ਮਾਰੀ ਸੀ। ਉਹ ਬੋਲਦਾ ਗਿਆ, ਜਦੋਂ ਆਦਮੀ 60 ਸਾਲ ਦਾ ਹੋ ਜਾਂਦਾ ਹੈ ਤੇ ਜ਼ਿੰਦਗੀ ਨੂੰ ਪੁੱਤਾਂ ਦੀਆਂ ਅੱਖਾਂ ਵਿੱਚ ਦੇਖਣ ਲੱਗ ਪੈਂਦਾ ਹੈ। ਪੁੱਤ ਹੀ ਉਸ ਦੀਆਂ ਅੱਖਾਂ ਤੇ ਪੁੱਤ ਹੀ ਉਸ ਦੇ ਕੰਨ ਬਣ ਜਾਂਦੇ ਹਨ, ਉਸ ਦਾ ਹੀ ਆਪਣਾ ਰੂਪ। ਨਹਿਰੂ ਨੇ ਦੁਨੀਆ ਨੂੰ ਆਪਣੀ ਧੀ ਵਾਲੀਆਂ ਅੱਖਾਂ ਨਾਲੇ ਦੇਖਣਾ ਸ਼ੁਰੂ ਕਰ ਦਿੱਤਾ ਸੀ। ਧੀ ਨੇ 10 ਸਾਲਾਂ ਪਿੱਛੋਂ ਸੰਜੇ ਨੂੰ ਆਪਣੀਆਂ ਅੱਖਾਂ ਤੇ ਕੰਨ ਬਣਾ ਲਿਆ। ਇਸ ਦਾ ਸੰਬੰਧ ਸਾਡੇ ਜੀਵਨ ਫਲਸਫੇ ਨਾਲ ਵੀ ਹੈ। ਆਵਾਗਮਨ ਦਾ ਚੱਕਰ। ਪੁੱਤ ਆਪਣੀ ਮੁਕਤੀ ਨਹੀਂ, ਪੁੱਤ ਬਿਨਾਂ ਮੁਕਤੀ ਨਹੀਂ। ਇੱਕ ਵਾਰੀ ਇੰਦਰਾ ਨੇ ਆਖਿਆ ਸੀ, ਮੈਂ ਪ੍ਰਧਾਨ ਮੰਤਰੀ ਹਾਂ, ਨਿਰੀ ਔਰਤ ਨਹੀਂ, ਪਰ ਉਹ ਪੂਰਨ ਮਾਂ ਹੈ। ਉਹ ਕੁਦਰਤ ਦੇ ਨਿਯਮ ਦੇ ਵਿਰੁੱਧ ਕਿਵੇਂ ਲੜ ਸਕਦੀ ਹੈ? ਜੇ ਅੱਜ ਉਸ ਨੂੰ ਕੋਈ ਆਖੇ ਕਿ ਇੱਕ ਚੀਜ਼ ਚੁਣ ਲੈ, ਪੁੱਤ ਜਾਂ ਮੁਲਕ, ਤਾਂ ਕਿ ਉਹ ਪੁੱਤ ਨੂੰ ਕੁਰਬਾਨ ਕਰ ਦੇਵੇਗੀ। ਮੁਲਕ ਕੀ ਚੀਜ਼ ਹੈ? ਬਹੁਤ ਵੱਡੀ ਧਰਤੀ ਜਿਸ ਉੱਤੇ ਬੇਸ਼ੁਮਾਰ ਅਣਜਾਣੇ ਲੋਕਾਂ ਦੀ ਭੀੜ ਹੈ। ਪੁੱਤ ਉਸ ਦਾ ਆਪਣਾ ਹੱਡ ਮਾਸ ਹੈ। ਉਹ ਖੁਦ ਕੋਈ ਮਹਾਤਮਾ ਗਾਂਧੀ ਨਹੀਂ। ਲੋਕ ਉਸ ਨੂੰ ਐਵੇਂ ਭੰਡਦੇ ਹਨ। ਉਹਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਉਹ ਸਿਰਫ ਸੰਜੇ ਦੇ ਨਾਲ ਹੀ ਮੁਕੰਮਲ ਹੈ। ਅੰਬਿਕਾ ਬੋਲੀ, ਮੈਨੂੰ ਇੰਦਰਾ ਗਾਂਧੀ ਦੀ ਵੱਧਦੀ ਹੋਈ ਤਾਕਤ ਤੋਂ ਡਰ ਲੱਗਿਆ। ਪਹਿਲ ਮੈਂ ਉਸ ਵੱਲ ਖਿੱਚੀ ਗਈ। ਬੜਾ ਨਸ਼ਾ ਸੀ ਇਸ ਵਾਧੀ ਤਾਕਤ ਵਿੱਚ। ਮੈਂ ਇਸ ਦੇ ਘੇਰੇ ਵਿੱਚ ਆ ਗਈ। ਜਾਦੂਮਈ ਅਸਰ ਸੀ ਇਸ ਵਿੱਚ। ਮੈਨੂੰ ਉਸ ਵਿੱਚ ਅੰਧ ਵਿਸ਼ਵਾਸ ਸੀ ਤੇ ਮੈਂ ਪੂਰੀ ਸ਼ਕਤੀ ਨਾਲ ਕੰਮ ਕਰਦੀ ਸੀ, ਉਸ ਨੂੰ ਪੂਜਦੀ ਸੀ। ਬਸ ਇਸੇ ਤਰ੍ਹਾਂ ਡਿਕਟੇਟਰਸ਼ਿਪ ਵਿੱਚ ਆ ਜਾਂਦੀ ਹੈ। ਲੋਕ ਅੰਨ੍ਹੇਵਾਹ ਲੀਡਰ ਵਿੱਚ ਵਿਸ਼ਵਾਸ ਕਰਦੇ ਹਨ। ਉਸ ਦੇ ਹਰ ਕੰਮ ਦੀ ਪ੍ਰਸ਼ੰਸਾ, ਉਸ ਦੇ ਬਾਰੇ ਗਥਾਵਾਂ ਘੜ ਦਿੰਦੇ ਹਨ ਤੇ ਪਰਮ ਮਨੁੱਖ ਦਾ ਦਰਜਾ ਦੇ ਦਿੰਦੇ ਹਨ। ਡਿਕਟੇਟਰ ਪਹਿਲੇ ਲੋਕਾਂ ਦਾ ਹਰਮਨ ਪਿਆਰਾ ਲੀਡਰ ਹੁੰਦਾ ਹੈ ਤੇ ਫਿਰ ਭਿਅੰਕਰ ਦੇਊ ਬਣ ਜਾਂਦਾ ਹੈ। ਫਿਰ ਕੁਝ ਨਹੀਂ ਹੋ ਸਕਦਾ। ਮੈਂ ਆਖਿਆ, ਇਹ ਇਤਿਹਾਸ ਦਾ ਅਜੀਬ ਗੇੜ ਹੈ ਕਿ ਇਸ ਔਰਤ ਨੇ ਇੱਕ ਖਾਸ ਮੌਕੇ ਉੱਤੇ ਐਮਰਜੈਂਸੀ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਤੇ ਖੁੱਲ੍ਹੀਆਂ ਆਜ਼ਾਦੀ ਚੋਣਾਂ ਕਰਵਾਉਣ ਦਾ ਐਲਾਨ ਕੀਤਾ। ਸੈਂਸਰਸ਼ਿਪ ਉਠਾ ਦਿੱਤੀ ਤੇ ਆਪਣੇ ਹਾਰੇ ਹੁਟੇ ਵਿਰੋਧੀਆਂ ਨੂੰ ਜੇਲ੍ਹਾਂ ਵਿੱਚੋਂ ਬਾਹਰ ਕੱਢਣ ਕੇ ਚੋਣਾਂ ਲੜਨ ਲਈ ਖੁੱਲ੍ਹਾ ਮੌਕਾ ਦਿੱਤਾ। ਤਾਂ ਹੁਣ ਇਹੋ ਵਿਰੋਧੀ ਜਿੱਤ ਕੇ ਉਸ ਨੂੰ ਸਜ਼ਾ ਦੇਣਾ ਚਾਹੁੰਦੇ ਹਨ। ਮੇਰਾ ਮਤਲਬ ਹੈ ਕਿ ਇੰਦਰਾ ਗਾਂਧੀ ਹਾਰ ਗਈ ਤਾਂ ਇਹੋ ਉਸ ਦੀ ਸਭ ਤੋਂ ਵੱਡੀ ਸਜ਼ਾ ਹੈ। ਸਭ ਤੋਂ ਹਨੇਰਾ ਦਿਨ ਉਹ ਸੀ ਜਦੋਂ ਉਸ ਨੂੰ ਆਪਣੀ ਹਾਰ ਦੀ ਖਬਰ ਮਿਲੀ। ਉਸ ਦਾ ਦਿਲ ਬੈਠ ਗਿਆ ਹੋਣਾ ਹੈ। ਉਸ ਦਿਨ ਸੀ ਕਿਆਮਤ ਦਾ ਉਹਦੇ ਲਈ। ਪਰ ਹੁਣ ਉਹ ਜਿੱਤੀ ਹੋਈ ਜਨਤਾ ਪਾਰਟੀ ਨੇ ਉਸ ਨੂੰ ਤਸੀਹੇ ਦੇਣ ਤੇ ਕਚਹਿਰੀਆਂ ਵਿੱਚ ਮੁਕੱਦਮੇ ਲੜਨ ਦੀ ਖੇਡ ਬਣਾ ਲਈ ਹੈ। ਇਹਨਾਂ ਲੋਕਾਂ ਨੇ ਜਰਾ ਚਿਹਰਿਆਂ ਵੱਲ ਦੇਖੋ ਜੋ ਇੱਕ ਔਰਤ ਨੂੰ ਮੁਲਕ ਦੇ ਖੁੱਲ੍ਹੇ ਚੌਗਾਨ ਵਿੱਚ ਭੰਡ ਕੇ ਖੁਸ਼ ਹੋ ਰਹੇ ਹਨ। ਬਿਲਕੁਲ ਵਹਿਸ਼ੀ ਜਾਪਦੇ ਨੇ। ਮੱਧਕਾਲ ਵਿੱਚ ਸਾਰਾ ਪਿੰਡ ਤੀਵੀਂ ਨੂੰ ਪੱਥਰ ਮਾਰ ਕੇ ਮਾਰ ਦਿੰਦਾ ਜਾਂ ਧੂ ਕੇ ਬਲ ਦੇ ਖੰਭੇ ਨਾਲ ਬੰਨ੍ਹ ਕੇ ਸਾੜ ਦਿੰਦਾ ਸੀ। ਜੇ ਉਹਨਾਂ ਨੂੰ ਸ਼ੱਕ ਹੋ ਜਾਂਦਾ ਕਿ ਇਹ ਤੀਵੀਂ ਚੁੜੇਲ ਹੈ, ਮਰਦ ਤੇ ਤੀਵੀਂ ਨੂੰ ਕੁਚਲਣ ਦੀ ਭਾਵਨਾ
ਮਰਦ ਨੇ ਸਦੀਆਂ ਤੀਕ ਹਕੂਮਤ ਕੀਤੀ ਹੈ। ਕਰਪਸ਼ਨ, ਜ਼ੁਲਮ, ਡਾਕੇ, ਕਤਲ, ਖੂਨੀ ਜੰਗਾਂ ਸਭ ਮਰਦ ਦੀ ਜਾਤ ਦੇ ਕਾਰਨਾਮੇ ਹਨ। ਉਸ ਨੂੰ ਜੱਦੀ ਗੁਮਾਨ ਹੈ ਕਿ ਉਸੇ ਨੇ ਰਾਜ ਕਰਨਾ ਹੈ। ਹੁਣ ਇਤਿਹਾਸ ਵਿੱਚ ਇਹੋ ਜਿਹਾ ਮੌਕਾ ਆਇਆ ਹੈ ਕਿ ਉਹ ਔਰਤ ਰਾਜ ਗੱਦੀ ਉੱਤੇ ਬੈਠ ਗਈ, ਮਰਦਾਂ ਉੱਤੇ ਰਾਜ ਕਰਨ ਲੱਗੀ। ਮਰਦ ਕਿਵੇਂ ਭੁੱਲ ਸਕਦਾ ਹੈ ਕਿ ਹੈ ਇਸ ਬੇਇੱਜ਼ਤੀ ਨੂੰ? ਕਿਵੇਂ ਮਾफ़ ਕਰ ਸਕਦਾ ਹੈ ਤੀਵੀਂ ਨੂੰ? ਇਹ ਤਾਂ ਖੂਨੀ ਬਦਲਾ ਹੈ, ਮਰਦ ਜਾਤ ਦਾ ਤੀਵੀਂ ਜਾਤ ਦੇ ਖਿਲਾਫ। ਵੇਦ ਬੋਲਿਆ, ਕਮ ਅਜ਼ ਕਮ ਇੱਕ ਗੱਲ ਉਸਨੇ ਚੰਗੀ ਕੀਤੀ ਸੀ, ਸਾਰੇ ਸ਼ੇਖੀ ਖੋਰੇ ਤੇ ਫੰਨੇ ਖਾਂ ਸਿੱਧੇ ਹੋ ਗਏ। ਜਿਹੜਾ ਵੀ ਕੋਈ ਆਪਣੇ ਆਪ ਨੂੰ ਪਾਟੇ ਖਾਂ ਸਮਝਦਾ ਸੀ ਉਹ ਉਸ ਦੀ ਆਕੜ ਭੰਨ ਦਿੰਦੀ ਸੀ। ਉਹ ਪੁੱਛਦੀ, ਤੂੰ ਕੌਣ ਹੈ? ਉਹ ਆਖਦਾ, ਮੈਂ ਜਰਨਲਿਸਟ ਹਾਂ, ਲੋਕਾਂ ਦੀ ਆਵਾਜ਼, ਸੱਚ ਬੋਲਣ ਵਾਲਾ, ਕਿਸੇ ਤੋਂ ਨਾ ਡਰਨ ਵਾਲਾ। ਉਹ ਆਖਦੀ, ਇਸ ਨੂੰ ਦੋ ਠੁੱਡੋ, ਲੈ ਜਾਓ ਇਸ ਨੂੰ ਇੱਥੋਂ। ਤੇ ਸਾਰੇ ਜਰਨਲਿਸਟਾਂ ਨੇ ਗੋਡੇ ਟੇਕ ਦਿੱਤੇ ਅਤੇ ਉਸਦੇ ਸੋਹਲੇ ਗਾਉਣ ਲੱਗੇ। ਜੇ ਕੋਈ ਵਕੀਲ ਗਰਜਿਆ, ਮੈਂ ਜਾਣਦਾ ਹਾਂ ਕਾਨੂੰਨ ਨੂੰ, ਸਾਰੇ ਨਿਯਮ, ਸਾਰਾ ਵਿਧਾਨ, ਤਾਂ ਉਹ ਆਖਦੀ, ਲੈ ਜਾਓ ਇਸ ਗਧੇ ਨੂੰ। ਤਾਂ ਸਾਰੇ ਵਕੀਲ ਉਸਦੇ ਫੈਸਲੇ ਦੀ ਤਾਰੀਫ ਕਰਦੀ। ਉਹ ਪੁੱਛਦੀ, ਕੌਣ ਹੈ ਤੂੰ? ਜਵਾਬ ਮਿਲਦਾ, ਮੈਂ ਹਾਂ ਜੈ ਨਾਰਾਇਣ ਪ੍ਰਕਾਸ਼, ਮਹਾਤਮਾ ਗਾਂਧੀ ਦਾ ਚੇਲਾ, ਪੂਰਨ ਕ੍ਰਾਂਤੀ। ਉਹ ਇਸ ਨੂੰ ਆਖਦੀ, ਸੁੱਟ ਦਿਓ ਇਸ ਨੂੰ ਜੇਲ੍ਹ ਵਿੱਚ, ਉਹ 'ਤੇ ਖੰਘਦਾ ਰਹੇਗਾ ਪੂਰਨ ਕ੍ਰਾਂਤੀ ਲਈ। ਕਿਸੇ ਨੇ ਚੂੰ ਨਾ ਕੀਤੀ, ਹਰ ਕੋਈ ਉਸਦੀ ਦ੍ਰਿੜ ਸ਼ਕਤੀ ਦੀ ਦਾਤ ਦਿੰਦਾ ਸੀ। ਉਸ ਨੂੰ ਕਈਆਂ ਨੇ ਜੌਨ ਆਫ ਆਰਕ ਕਿਹਾ, ਕਈਆਂ ਨੇ ਭਾਰਤ ਦੀ ਰੂਹ, ਸਭ ਤੋਂ ਮਹਾਨ ਔਰਤ। ਹੁਣ ਸਾਰੇ ਚੂਹੇ ਖੁੱਡਾਂ ਵਿੱਚ ਨਿਕਲ ਆਏ ਸਨ, ਸਾਰੇ ਉਸ ਨੂੰ ਭੰਡ ਰਹੇ ਸਨ। ਕਿੱਥੇ ਸਨ ਇਹ ਲੋਕ ਜਦੋਂ ਉਸ ਨੇ ਐਮਰਜੈਂਸੀ ਲਾਈ? ਇਹ ਉਸ ਦੇ ਸਾਥੀ ਸਨ, ਫੈਸਲੇ ਕਰਾਉਣ ਵਿੱਚ ਪੂਰੇ ਸਹਾਈ। ਐਮਰਜੈਂਸੀ ਉੱਤੇ ਮੋਹਰਾਂ ਉਹਨਾਂ ਨੇ ਲਾਈਆਂ। ਇਹ ਉਸ ਵੇਲੇ ਵਜ਼ਾਰਤ ਦੀਆਂ ਗੱਦੀਆਂ ਉੱਤੇ ਬੈਠੇ ਰਹੇ। ਜੇ ਇਹ ਐਮਰਜੈਂਸੀ ਦੇ ਖਿਲਾਫ ਸਨ ਤਾਂ ਘੱਟ ਤੋਂ ਘੱਟ ਅਸਤੀਫਾ ਹੀ ਦੇ ਦਿੱਤਾ ਹੁੰਦਾ। ਇਹਨਾਂ ਨੇ 30 ਸਾਲ ਤੀਕ ਹਕੂਮਤ ਦਾ ਆਨੰਦ ਲਿਆ ਸੀ, ਪਰ ਇਹ ਗੱਦੀ ਛੱਡਣ ਨੂੰ ਤਿਆਰ ਨਹੀਂ ਸਨ। ਤੁਸੀਂ ਇਹਨਾਂ ਨੂੰ ਗਾਲਾਂ ਕੱਢੋ, ਠੁੱਡੇ ਮਾਰੋ, ਤਿਤਕਾਰੋ, ਪਰ ਇਹ ਹੱਡੀ ਦੰਦਾਂ ਵਿੱਚੋਂ ਨਹੀਂ ਛੱਡਦੇ। ਇੱਕ ਰਿਟਾਇਰਡ ਜਨਰਲ, ਜਿਸ ਦੀ ਧੌਲੀ ਦਾੜੀ ਤਰਾਸ਼ੀ ਹੋਈ ਸੀ ਤੇ ਜੋ ਵਿਸਕੀ ਦੀਆਂ ਘੁੱਟਾਂ ਪਾ ਰਿਹਾ ਸੀ, ਬੋਲਿਆ, ਇੰਦਰਾ ਉੱਤੇ ਸ਼ਾਹ ਕਮਿਸ਼ਨ ਨਹੀਂ ਸੀ ਬਿਠਾਉਣਾ ਚਾਹੀਦਾ, ਸਗੋਂ ਉਹਨਾਂ ਦੋਗਲਿਆਂ ਉੱਤੇ ਜੋ ਉਸ ਦੇ ਨਾਲ ਰਲ ਕੇ ਹਕੂਮਤ ਕਰ ਰਹੇ ਸਨ। ਉਹ ਅਸਲੀ ਮੁਜਰਮ ਸਨ। ਇੰਦਰਾ ਤਾਂ ਐਮਰਜੈਂਸੀ ਵਿੱਚ ਵਿਸ਼ਵਾਸ ਰੱਖਦੀ ਸੀ, ਪਰ ਇਹਨਾਂ ਲੋਕਾਂ ਨੂੰ ਐਮਰਜੈਂਸੀ ਵਿੱਚ ਵਿਸ਼ਵਾਸ ਨਹੀਂ ਸੀ। ਇਹ ਝੂਠੇ ਤੇ ਮਕਾਰ ਸਨ। ਇਹਨਾਂ ਨੂੰ ਇੱਕ ਬੰਗਲਾ, ਇੱਕ ਕਾਰ ਅਤੇ ਚੌਕੀ ਤਨਖਾਹ ਦੇ ਦਿਓ ਤਾਂ ਇਹ ਵੱਡੇ ਤੋਂ ਵੱਡਾ ਜੁਰਮ ਕਰਨ ਲਈ ਵੀ ਤਿਆਰ ਹੋ ਜਾਣਗੇ। ਇਹਨਾਂ ਲੋਕਾਂ ਨੂੰ ਕਟਹਿਰੇ ਵਿੱਚ ਖੜਾ ਕਰਨਾ ਚਾਹੀਦਾ ਹੈ। ਇਹਨਾਂ ਨੇ ਇੰਦਰਾ ਗਾਂਧੀ ਨੂੰ ਲੋਕਾਂ ਕੋਲ ਵੇਚਿਆ ਤੇ ਲੋਕਾਂ ਨੂੰ ਇੰਦਰਾ ਕੋਲ। ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਤੁਸੀਂ ਕਮਿਸ਼ਨ ਬਿਠਾਉਂਦੇ ਹੋ ਤਾਂ ਗਵਾਹੀ ਕੌਣ ਦਿੰਦਾ ਹੈ? ਇਹੋ ਲੋਕ, ਇਹੋ ਭ੍ਰਿਸ਼ਟਾਚਾਰ ਦੇ ਚੌਧਰੀ ਅੱਗੇ ਆ ਕੇ ਧਰਮ ਤੇ ਇਮਾਨ ਦੀ ਕਸਮ ਖਾਂਦੇ ਹਨ ਤੇ ਸੱਚ ਬੋਲਾਂਗੇ। ਹੁਣ ਗੀਤਾ ਤੇ ਕੁਰਾਨ ਉੱਤੇ ਹੱਥ ਰੱਖ ਕੇ ਆਖਦੇ ਹਨ ਕਿ ਪਹਿਲਾਂ ਉਹਨਾਂ ਨੇ ਡਰ ਦੇ ਮਾਰੇ ਝੂਠ ਬੋਲਿਆ ਸੀ। ਭਲਾ ਦੱਸੋ, ਹੁਣ ਕੀ ਇਤਬਾਰ ਹੈ ਇਹਨਾਂ ਦਾ ਕਿ ਸੱਚ ਬੋਲ ਰਹੇ ਨੇ? ਕੀ ਗਰੰਟੀ ਹੈ ਇਸ ਗੱਲ ਦੀ ਕਿ ਕੱਲ੍ਹ ਨੂੰ ਇਹੋ ਲੋਕ ਫਿਰ ਨਵੇਂ ਕਮਿਸ਼ਨ ਵਿੱਚ ਆ ਕੇ ਇਹ ਨਹੀਂ ਆਖਣਗੇ ਕਿ ਪਹਿਲਾਂ ਇਹਨਾਂ ਨੇ ਝੂਠ ਮਾਰਿਆ ਸੀ ਡਰ ਦੇ ਮਾਰੇ? ਅਜੀਬ ਗੱਲ ਹੈ ਕਿ ਹਾਲਾਤ ਬਦਲਣ ਉੱਤੇ ਕੱਲ੍ਹ ਦਾ ਸੱਚ ਅੱਜ ਦਾ ਝੂਠ ਬਣ ਜਾਂਦਾ ਹੈ ਤੇ ਕੱਲ੍ਹ ਦਾ ਝੂਠ ਅੱਜ ਦਾ ਸੱਚ। ਇਹ ਮਜ਼ਾਕ ਹੈ ਕਾਨੂੰਨ ਨਾਲ, ਜ਼ਿੰਦਗੀ ਨਾਲ, ਇਤਿਹਾਸ ਨਾਲ। ਗੱਲਬਾਤ ਇਨਸਾਫ ਤੇ ਕਾਨੂੰਨ ਤੋਂ ਤੁਰਦੀ ਹੋਈ ਮੁਰਾਰਜੀ ਦੇਸਾਈ 'ਤੇ ਹੋਣ ਲੱਗੀ। ਉਹਨਾਂ ਨੇ ਨੱਕ ਚੜ੍ਹਾ ਕੇ ਆਖਿਆ, ਉਹ ਆਪਣਾ ਪਿਸ਼ਾਬ ਕਿਸ ਤਰ੍ਹਾਂ ਪੀ ਲੈਂਦਾ ਹੈ? ਦੁਨੀਆ ਸਾਡੇ 'ਤੇ ਹੱਸ ਰਹੀ ਹੈ। ਉਸ ਨੂੰ ਆਪਣੀ ਸਿਰੜ ਸਾਰੀ ਕੌਮ ਉੱਤੇ ਲਾਗੂ ਕਰਨ ਦਾ ਹੱਕ ਹੈ। ਸ਼ਰਾਬ ਨੂੰ ਬੰਦ ਕਰਕੇ ਉਹ ਲੋਕਾਂ ਨੂੰ ਪੀਣ ਲਈ ਆਖ ਰਿਹਾ ਹੈ। ਜਰਨੈਲ ਬੋਲਿਆ, ਸਾਡੇ ਮਜ਼ਹਬ ਵਿੱਚ ਪਿਸ਼ਾਬ ਬਹੁਤ ਪਲੀਤ ਚੀਜ਼ ਹੈ। ਇਹ ਨਾਪਾਕ ਸ਼ੈ, ਇੱਕ ਤੁਪਕਾ ਵੀ ਨਾਪਾਕ। ਇਸੇ ਲਈ ਅਸੀਂ ਅਸਤੰਜਾ ਕਰਦੇ ਹਾਂ। ਸਾਡੀ ਸਾਰੀ ਕੌਮ ਥੂ-ਥੂ ਕਰਦੀ ਹੈ ਇਸ ਗੱਲ ਉੱਤੇ ਕਿ ਮੁਰਾਰਜੀ ਆਪਣਾ ਪਿਸ਼ਾਬ ਪੀ ਜਾਂਦਾ ਹੈ। ਇੱਕ ਡਾਕਟਰ ਬੋਲਿਆ, ਪਿਸ਼ਾਬ ਸਿਹਤ ਲਈ ਬਹੁਤ ਚੰਗਾ ਹੁੰਦਾ ਹੈ। ਇਹ ਕੋਈ ਜ਼ਹਿਰੀਲੀ ਚੀਜ਼ ਨਹੀਂ। ਇਸ ਨਾਲ ਬੜੀਆਂ ਨਰੋਈਆਂ ਧਾਤਾਂ ਤੇ ਔਸ਼ਧੀਆਂ ਦਾ ਸੱਤ ਹੈ। ਇਹ ਕਈ ਬਿਮਾਰੀਆਂ ਨੂੰ ਦੂਰ ਕਰ ਸਕਦਾ ਹੈ। ਮੈਨੂੰ ਕੋਈ ਲਾਟਸ ਦੀ ਬਿਮਾਰੀ ਹੋ ਗਈ। ਮੈਂ ਕਈ ਦਵਾਈਆਂ ਲਈਆਂ ਪਰ ਕੋਈ ਅਸਰ ਨਾ ਹੋਇਆ। ਇੱਕ ਦੋਸਤ ਨੇ ਆਪਣਾ ਪਿਸ਼ਾਬ ਪੀਣ ਲਈ ਸਲਾਹ ਦਿੱਤੀ। ਮੈਨੂੰ ਇਸ ਤੋਂ ਬੜੀ ਘਿਰਣਾ ਜਿਹੀ ਹੋਈ, ਪਰ ਇੱਕ ਹਫ਼ਤੇ ਅੰਦਰ ਹੀ ਮੈਂ ਆਪਣਾ ਘਿਰਣਾ ਉੱਤੇ ਫਤਿਹ ਪਾ ਲਈ। 3 ਮਹੀਨਿਆਂ ਵਿੱਚ ਮੈਂ ਬਿਲਕੁਲ ਰਾਜ਼ੀ ਹੋ ਗਿਆ ਸਾਂ। ਹੁਣ ਮੈਂ ਸਵੇਰ ਵੇਲੇ ਇਸ ਅੰਮ੍ਰਿਤ ਨੂੰ ਪੀਣਾ ਨਹੀਂ ਭੁੱਲਦਾ। ਉਹਨਾਂ ਨੇ ਫਿਰ ਆਪਣੀਆਂ ਲੰਮੀਆਂ ਪਲਕਾਂ ਝਪੀਆਂ। ਇਸ ਦਾ ਸਵਾਦ ਕਿਹੋ ਜਾਂਦਾ ਹੈ? ਤਿੱਖਾ ਤੇ ਨਮਕੀਨ, ਡਾਕਟਰ ਨੇ ਉੱਤਰ ਦਿੱਤਾ। ਅਜੀਬ ਗੱਲ ਹੈ ਕਿ ਪੜ੍ਹੇ ਲਿਖੇ ਲੋਕ ਆਪਣਾ ਪਿਸ਼ਾਬ ਪੀਣ ਦੇ ਖਿਆਲ ਤੋਂ ਹੀ ਭੈਭੀਤ ਹੋ ਜਾਂਦੇ ਹਨ, ਜਦੋਂ ਕਿ ਉਹ ਕੌੜੀਆਂ ਦਵਾਈਆਂ ਅਤੇ ਭੈੜੀ ਤੋਂ ਭੈੜੀ ਬੂ ਵਾਲੀ ਖੁਰਾਕ ਨੂੰ ਪੀਣੋਂ ਨਹੀਂ ਝਿਜਕਦੇ। ਡਾਕਟਰ ਇਸ ਲਈ ਤੁਹਾਨੂੰ ਆਪਣਾ ਪਿਸ਼ਾਬ ਪੀਣ ਲਈ ਨਹੀਂ ਆਖਦੇ ਕਿਉਂਕਿ ਇਸ ਵਿੱਚ ਕੋਈ ਮਾਲੀ ਹਿੱਤ ਛੁਪੇ ਹੋਏ ਹੁੰਦੇ ਹਨ। ਵੱਡੀਆਂ ਵੱਡੀਆਂ ਕੰਪਨੀਆਂ ਦੀਆਂ ਦਵਾਈਆਂ ਫਿਰ ਕੌਣ ਖਰੀਦੇਗਾ? ਅਸੀਂ ਬੇਵਕੂਫੀ ਨਾਲ ਜੀਵਨ ਦੇ ਇਸ ਅੰਮ੍ਰਿਤ ਨੂੰ ਗਵਾ ਰਹੇ ਹਾਂ। 100 ਸਾਲ ਪਿੱਛੋਂ ਨਵੀਂ ਨਸਲ ਦੇ ਲੋਕ ਸਾਨੂੰ ਆਖਣਗੇ ਕਿ ਅਸੀਂ 20ਵੀਂ ਸਦੀ ਦੇ ਮੂਰਖ ਤੇ ਵਹਿਮੀ ਲੋਕ ਸਾਂ। ਇਹ ਪਾਰਟੀ ਦੇਰ ਤੀਕ ਚੱਲਦੀ ਰਹੀ। ਦੂਜੇ ਦਿਨ ਮੈਂ ਹਰਿਆਣਾ ਦੇ ਏਅਰ ਕੰਡੀਸ਼ਨ ਬੱਸ ਵਿੱਚ ਬੈਠ ਕੇ ਚੰਡੀਗੜ੍ਹ ਵਾਪਸ ਮੁੜਿਆ। ਉਸ ਬੱਸ ਵਿੱਚ ਇੱਕ ਫੀਚਰ ਫਿਲਮ ਦਿਖਾਈ ਜਾ ਰਹੀ ਸੀ।
ਚੀਕਦੇ ਗੀਤ, ਗਰਜਦੇ ਵਾਰਤਾਲਾਪ, ਕੰਬਦੀਆਂ ਤਸਵੀਰਾਂ। ਮੈਂ ਆਪਣੀ ਖਿੜਕੀ ਦਾ ਪਰਦਾ ਇੱਕ ਪਾਸੇ ਕਰਕੇ ਬਾਹਰ ਵੱਲ ਦੇਖਣ ਲੱਗਾ। ਦੌੜਦੇ ਹੋਏ ਦਰਖਤ, ਝੁੱਗੀਆਂ, ਟੋਭੇ ਤੇ ਰਾਜੀ ਦਾ ਪਰਛਾਵਾਂ ਵੀ ਮੇਰੇ ਨਾਲ ਦੌੜ ਰਿਹਾ ਸੀ। ਮੈਂ ਆਪਣੀ ਸੀਟ ਉੱਤੇ ਆਰਾਮ ਨਾਲ ਟੇਕ ਲਾਈ ਬੈਠਾ ਸੀ ਤੇ ਰਾਜੀ ਦੇ ਜਿਸਮ ਦੀ ਮਹਿਕ ਮਹਿਸੂਸ ਕੀਤੀ। ਧੰਨਵਾਦ। ਬਾਕੀ ਅਗਲੇ ਅੰਕ ਵਿੱਚ।